ਸਾਂਝਾ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੋਤੀ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕੇ ਜੀ ਆਇਆਂ ਨੂੰ ਹਰ ਵਾਰ ਦੀ ਤਰ੍ਹਾਂ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਮੈਂ ਤੁਹਾਡੇ ਲਈ ਹਾਜ਼ਰ ਹਾਂ ਇੱਕ ਨਵੀਂ ਚਰਚਾ ਲੈ ਕੇ ਨਵੇਂ ਮਹਿਮਾਨ ਦੇ ਨਾਲ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਚਲਾ ਰਹੇ ਹੋ ਰੋਜ਼ਾਨਾ ਦੇ ਕੰਮ ਰੋਜ਼ ਕਰ ਰਹੇ ਹੋ ਆਪਣੇ ਆਪ ਨੂੰ ਬੋਰ ਨਹੀਂ ਹੋਣ ਦੇ ਰਹੇ ਔਰ ਗਵਰਨਮੈਂਟ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਤੁਸੀਂ ਫੋਲੋ ਕਰ ਰਹੇ ਹੋ ਔਰ ਕਹਿੰਦੇ ਨਾ ਕਿ ਰੱਬ ਤੁਹਾਨੂੰ ਉਹੀ ਦਿੰਦਾ ਜੋ ਤੁਹਾਡੀ ਕਿਸਮਤ ਦੇ ਵਿੱਚ ਹੁੰਦਾ ਹੈ ਜੋ ਤੁਸੀਂ ਚਾਹੁੰਦੇ ਹੋ ਜੋ ਤੁਹਾਡੇ ਲਈ ਚੰਗਾ ਹੁੰਦਾ ਹੈ ਉਹ ਰੱਬ ਤੁਹਾਨੂੰ ਦਿੰਦਾ ਹੈ ਲੇਕਿਨ ਜੋ ਤੁਸੀਂ ਚਾਹੁੰਦੇ ਹੋ ਜ਼ਰੂਰੀ ਨਹੀਂ ਹੈ ਕਿ ਉਹ ਤੁਹਾਨੂੰ ਮਿਲ ਜਾਵੇ ਸੋ ਇਸ ਕਰਕੇ ਆਪਣੀ ਚਾਹਤ ਬਣਾ ਕੇ ਰੱਖਣਾ ਆਪਣੇ ख्वाबों ਨੂੰ सजा के रखना सुपने ਲੈਂਦੇ ਰਹਿਣਾ ਜ਼ਰੂਰੀ ਹੈ ਲੇਕਿਨ ਜ਼ਰੂਰੀ ਨਹੀਂ ਹੈ ਕਿ ਸਾਰੇ ਸੁਪਨੇ ਸੱਚ ਹੋਣ ਲੇਕਿਨ ਜੇ ਸੱਚ ਨਹੀਂ ਹੁੰਦੇ ਤਾਂ ਜ਼ਰੂਰੀ ਨਹੀਂ ਹੈ ਕਿ ਸੁਪਨੇ ਦੇਖਣੇ ਹੀ ਬੰਦ ਕਰ ਦੋ ਸੋ ਕੋਵਿਡ-19 ਦੇ ਹਾਲਾਤਾਂ ਦੇ ਅੰਦਰ ਮੈਨੂੰ ਪਤਾ ਹੈ ਕਿ ਅੱਜ ਹਰ ਇਨਸਾਨ ਜਿਹੜਾ ਨਿਰਾਸ਼ ਹੈ ਹਤਾਸ਼ ਹੈ ਬਿਕੋਜ਼ ਮੈਂਟਲੀ ਸਟ੍ਰੈਸ ਹੈ ਫਿਜ਼ੀਕਲੀ ਸਟ੍ਰੈਸ ਹੈ ਫਿਜ਼ੀਕਲੀ ਸਟ੍ਰੈਸ ਉਹਨਾਂ ਲੋਕਾਂ ਲਈ ਜਿਹੜੇ ਦਿਨ ਰਾਤ ਸਾਡੇ ਲਈ ਕੰਮ ਕਰ ਰਹੇ ਹਨ ਡਾਕਟਰਸ ਪੁਲਿਸ ਆਫੀਸਰਸ ਵਲੰਟੀਅਰਸ ਸੇਲਸਮੈਨ ਉਹ ਸਾਰੇ ਸਾਡੇ ਲਈ ਕੰਮ ਕਰ ਰਹੇ ਹਨ ਕਲੀਨਰਸ ਸਫਾਈ ਕਰਨ ਵਾਲੇ ਟਰੱਕਿੰਗ ਇੰਡਸਟਰੀ ਦੇ ਵਿੱਚ ਸਾਡੇ ਜਿਹੜੇ ਟਰੱਕ ਚਲਾਉਂਦੇ ਹਨ ਭਰਾ ਉਹ ਸਾਡੇ ਲਈ ਸਮਾਨ ਲੈ ਕੇ ਆ ਰਹੇ ਹਨ ਸਾਨੂੰ ਪ੍ਰੋਵਾਈਡ ਕਰਵਾ ਰਹੇ ਹਨ ਸੋ ਹਰ ਇਨਸਾਨ ਜਿਹੜਾ ਜੁੜਿਆ ਹੋਇਆ ਕਿਸੇ ਵੀ ਫੀਲਡ ਨਾਲ ਕੰਮ ਆਪਣੇ ਤਰੀਕੇ ਨਾਲ ਕਰ ਰਿਹਾ ਹੈ ਸੋ ਉਹਨਾਂ ਦੇ ਉੱਪਰ ਫਿਜ਼ੀਕਲੀ ਅਤੇ ਮੈਂਟਲੀ ਸਟ੍ਰੈਸ ਦੋਨੋਂ ਹੈਗਾ ਲੇਕਿਨ ਜਿਨ੍ਹਾਂ ਦੇ ਕੋਲ ਪੈਸੇ ਨਹੀਂ ਹੈਗੇ ਜਿਨ੍ਹਾਂ ਦੇ ਕੋਲ ਕੋਈ ਇਨਕਮ ਨਹੀਂ ਹੈਗੀ ਇਸ ਵੇਲੇ ਲੇਕਿਨ ਘਰ ਦੇ ਵਿੱਚ ਫੈਸਿਲਿਟੀਜ਼ ਜਿਹੜੀਆਂ ਉਹ ਸਾਰੀਆਂ ਚਾਹੀਦੀਆਂ ਲੇਕਿਨ ਉਹ ਕੰਮ ਜਿਹੜੇ ਰੋਜ਼ਾਨਾ ਦੇ ਚੱਲ ਰਹੇ ਹਨ ਕਿਸ਼ਤਾਂ ਚੱਲ ਰਹੀਆਂ ਹਨ ਗੱਡੀਆਂ ਦੀਆਂ ਕਿਸ਼ਤਾਂ ਘਰ ਦੀਆਂ ਕਿਸ਼ਤਾਂ ਹਰ ਖਰਚਾ ਜਿਹੜਾ ਹੈ ਉੱਦਾਂ ਹੀ ਚੱਲ ਰਿਹਾ ਹੈ ਸਾਡੀ ਜ਼ਿੰਦਗੀ ਦਾ ਲੇਕਿਨ ਮੈਂ ਹੀ ਕਹਾਂਗੀ ਕਿ ਪੋਜ਼ੀਟਿਵ ਰਹਿਣਾ ਚਾਹੀਦਾ ਸਾਨੂੰ ਮੈਨੂੰ ਪਤਾ ਕਿ ਸਟ੍ਰੈਸ ਤੋਂ ਹਰ ਇਨਸਾਨ ਇਸ ਵੇਲੇ ਗੁਜ਼ਰ ਰਿਹਾ ਹੈ ਔਰ ਇਸ ਸਟ੍ਰੈਸ 'ਤੇ ਕਾਬੂ ਪਾਉਣ ਦੇ ਲਈ ਸਾਨੂੰ ਆਪਣੀ ਵਿਲ ਪਾਵਰ ਸਟਰੋਂਗ ਰੱਖਣੀ ਪਏਗੀ ਔਰ ਆਪਣੇ ਆਪ ਨੂੰ ਪੋਜ਼ੀਟਿਵ ਰੱਖਣ ਦੀ ਕੋਸ਼ਿਸ਼ ਕਰਨੀ ਪਏਗੀ ਆਪਣੇ ਆਪ ਨੂੰ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰਨੀ ਪਏਗੀ ਕਿਉਂਕਿ ਜੇ ਅਸੀਂ ਬਿਜ਼ੀ ਰਹਾਂਗੇ ਪੋਜ਼ੀਟਿਵ ਰਹਾਂਗੇ ਵਿਲ ਪਾਵਰ ਸਟਰੋਂਗ ਰਹੇਗੀ ਅਤੇ ਸਾਡਾ ਫਾਲਤੂ ਗੱਲਾਂ ਵੱਲ ਨੈਗੇਟਿਵ ਗੱਲਾਂ ਵੱਲ ਜਿਹੜਾ ਧਿਆਨ ਬਿਲਕੁਲ ਨਹੀਂ ਜਾਏਗਾ ਖੈਰ ਬਾਕੀ ਦੀਆਂ ਗੱਲਾਂ 'ਤੇ ਚਰਚਾ ਅਸੀਂ ਕਰਾਂਗੇ ਸਾਡੇ ਅੱਜ ਦੇ ਖਾਸ ਮਹਿਮਾਨ ਨਾਲ ਜਿਹੜੇ ਮੇਰੇ ਨਾਲ ਇਸ ਵੇਲੇ ਸਟੂਡੀਓ 'ਚ ਮੌਜੂਦ ਹਨ ਇੱਕ ਕਾਮਯਾਬ ਔਰਤ ਇੱਕ ਬਹੁਤ ਅੱਛੀ ਵਾਈਫ ਔਰ ਇੱਕ ਬਹੁਤ ਅੱਛੇ ਸਿਟੀਜ਼ਨ ਹਨ ਔਰ ਆਪਣੇ ਫੀਲਡ ਦੇ ਵਿੱਚ ਬਹੁਤ ਵਧੀਆ ਕੰਮ ਉਹ ਕਰ ਰਹੇ ਹਨ ਸੋ ਆਓ ਮਿਲਦੇ ਹਾਂ ਮੁਲਾਕਾਤ ਕਰਦੇ ਹਾਂ ਰਵੀ ਮਨਹਾਸ ਨਾਲ ਰਵੀ ਜੀ ਵੈਲਕਮ ਟੂ ਦ ਸਟੂਡੀਓ ਕੀ ਹਾਲ Thank you, Jyoti. Thank you for having me here. And hello, viewers. Thank you for having me. ਸੋ ਰਵੀ ਜੀ ਵਧੀਆ ਲੱਗ ਰਿਹਾ ਤੁਹਾਨੂੰ ਮਿਲ ਕੇ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਅਸੀਂ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਫੋਲੋ ਕਰਦੇ ਰਹੀਦਾ ਲੇਕਿਨ ਕਦੀ ਇੱਦਾਂ ਪਰਸਨਲੀ ਮੁਲਾਕਾਤ ਨਹੀਂ ਹੁੰਦੀ ਸੋ ਕੋਵਿਡ-19 ਨੇ ਐਟਲੀਸਟ मुलाकात तक करवाई लेकिन डिस्टेंस मेंटेन करके Oh we are still maintaining distance and हाँ जी ज्योति मैं थानू काफ़ी देर तो follow करदी हाँ right and I really impress your personality but luckily I'm here first time to see you personally so good to see you किधर से चल रहे हैं हालात पे as usual like we are in lockdown right सारा कुछ बाहर बंद है बाहर आ नहीं सकते जा नहीं सकते पर ਘਰਾਂ ਦੇ ਕੰਮ ਜਿਹੜੇ ਨੇ ਉਹ ਤਾਂ ਐਜ਼ ਇਟ ਇਜ਼ ਚੱਲੀ ਜਾ ਰਹੇ ਨੇ ਰਾਈਟ ਸੋ ਯਾ ਲਾਈਫ ਤੇ ਕੁਝ ਚੀਜ਼ਾਂ ਬੰਦ ਵੀ ਹੋਈਆਂ ਨੇ ਕੁਝ ਖੁੱਲੀਆਂ ਵੀ ਨੇ ਸੋ ਵਰਸੇਟਾਈਲ ਯਾ ਬਟ ਆਈ ਥਿੰਕ ਥੈਂਕਸ ਟੂ ਗੋਡ ਕਿ ਅਸੀਂ ਇੱਕ ਬਹੁਤ ਅੱਛੇ ਮੁਲਕ ਦੇ ਅੰਦਰ ਹਾਂ ਜਿੱਥੇ ਸਾਨੂੰ ਹਰ ਚੀਜ਼ ਪ੍ਰੋਵਾਈਡ ਹੋ ਕੀਤੀ ਜਾ ਰਹੀ ਹੈ ਔਰ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ ਗਵਰਨਮੈਂਟ ਵੀ ਆਪਣਾ ਕੰਮ ਪੂਰੇ ਧਿਆਨ ਨਾਲ ਕਰ ਰਹੀ ਹੈ ਜੋ ਕਰਨਾ ਚਾਹੀਦਾ ਹੈ ਉਹਨਾਂ ਨੇ CRB ਜਿਹੜਾ ਬੈਨੀਫਿਟ ਹੁਣ ਦਿੱਤਾ ਲੋਕਾਂ ਨੂੰ ਐਮਰਜੈਂਸੀ ਵਾਲਾ ਉਹ ਬਹੁਤ ਵਧੀਆ ਇੱਕ ਉਹਨਾਂ ਦੀ ਪਹਿਲ ਹੈ ਠੀਕ ਹੈ ਸ਼ੁਰੂਆਤੀ ਦੌਰ 'ਤੇ ਕੁਝ ਕਮੀਆਂ ਸਾਡੀ ਗਵਰਨਮੈਂਟ ਦੇ ਵਿੱਚ ਰਹੀਆਂ ਕਿ ਉਹਨਾਂ ਨੇ ਟਾਈਮ 'ਤੇ ਐਕਸ਼ਨ ਨਹੀਂ ਲਿਆ ਲੋਕਾਂ ਦੇ ਟੈਸਟ ਕਰਨੇ ਨਹੀਂ ਸ਼ੁਰੂ ਕੀਤੇ ਏਅਰਪੋਰਟ ਵਗੈਰਾ 'ਤੇ ਜਿਸ ਦੇ ਕਾਰਨ ਇਹ ਬਿਮਾਰੀ ਫੈਲ ਗਈ ਔਰ ਲੇਕਿਨ ਫਿਰ ਵੀ ਉਹ ਜੋ ਵੀ ਕਰ ਰਿਹਾ ਮੈਂ ਹੀ ਕਹੂੰਗੀ ਜੋ ਵੀ ਇਨਸਾਨ ਆਪਣੀ ਜਗ੍ਹਾ 'ਤੇ ਕੰਮ ਕਰ ਰਿਹਾ ਉਹ ਵਧੀਆ ਤਰੀਕੇ ਨਾਲ ਹੀ ਕਰ ਰਿਹਾ ਰਾਈਟ yeah absolutely ਕਾਫੀ ਥੈਂਕਫੁਲ ਹਾਂ ਟੂਡੋ ਗਵਰਨਮੈਂਟ ਦਾ ਕਿ ਉਹਨਾਂ ਨੇ almost every sector right of the community is taking care for all even ਤੁਸੀਂ ਸਿਟੀ ਆਪਣੇ PR ਵਾਲੇ ਦੇਖ ਲਓ right ਆਪਣੇ citizen ਦੇਖ ਲਓ ਆਪਣੇ student ਦੇਖ ਲਓ businessman like everywhere even tenants ਲਈ ਵੀ ਉਹਨਾਂ ਨੇ ਕਿੰਨੀ ਹੁਣ ਫੈਸਿਲਿਟੀਆਂ ਦੇ ਦਿੱਤੀਆਂ right so ਕੋਈ sector ਉਹਨਾਂ ਨੇ ਛੱਡਿਆ ਹੀ ਨਹੀਂ small business ਲਈ so I think every sector everybody can grab all these benefits and ਥੋੜਾ ਜਿਹਾ ਰਿਲੀਫ ਤਾਂ ਤੇ ਲਾਈਫ 'ਚ ਹੈਗਾ ਹੀ ਹੈ ਸੋ ਹਾਂ ਇਹ ਚੀਜ਼ ਹੈਗੀ ਹੈ ਕਿ ਆਪਾਂ ਉਹ ਬੇਸ਼ੱਕ ਉਹ ਜ਼ਿਆਦਾ ਮਨੀ ਬਣਾ ਰਹੇ ਹੋਣਗੇ ਰਾਈਟ ਬਟ ਐਟਲੀਸਟ ਜਿੰਨੀ ਕੁ ਵੀ ਸਪੋਰਟ ਹੁਣ ਚਲੋ ਗਵਰਨਮੈਂਟ ਨੇ ਕੀਤੀ ਆ
ਐਟਲੀਸਟ ਉਹ ਸਟਕ ਨਹੀਂ ਹੋਣਗੇ ਰਾਈਟ Yeah, at ਉਹਨਾਂ ਦੇ least- ਘਰ ਦਾ ਖਰਚਾ ਉਹਨਾਂ ਦੀ ਹਮ। ਗਰੋਸਰੀ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਬੱਚਿਆਂ ਦਾ ਰਾਈਟ ਉਹਨਾਂ ਦਾ ਬੇਸਿਕ ਖਰਚੇ ਬੇਸਿਕ ਨਿਕਲ ਖਰਚੇ ਨੇ ਰਹੇ। ਜਿਹੜੇ ਉਹ ਨਿਕਲ ਜਾਣਗੇ ਸੋ ਹਾਂਜੀ। ਵਿਚ ਇਜ਼ ਵੈਰੀ ਗੁੱਡ ਐਂਡ ਰੀਅਲੀ Yeah. ਅਪਰੀਸ਼ੀਏਟਡ ਬਿਲਕੁਲ ਜੇ ਅਸੀਂ ਟੈਕਸ ਦਿੰਦੇ ਹਾਂ ਇਸ ਕੰਟਰੀ ਦੇ ਵਿੱਚ ਤਾਂ ਕਿਤੇ ਨਾ ਕਿਤੇ ਸਾਨੂੰ ਉਹਦਾ ਰਿਟਰਨ ਬੈਕ ਵੀ ਮਿਲਦਾ ਹੈ ਬਿਲਕੁਲ। ਜਿਵੇਂ ਹਸਪੀਟਲਸ 'ਚ ਦੇਖੋ ਹੁਣ ਤੁਸੀਂ Yeah. ਡਾਕਟਰ ਵਿਜ਼ਿਟ ਸਾਡੀ ਫ੍ਰੀ ਹੈਗੀ ਹੈ ਰਾਈਟ ਔਰ ਬਹੁਤ ਮੁਲਕਾਂ ਦੇ ਵਿੱਚ ਇਹ ਚੀਜ਼ ਨਹੀਂ ਨਹੀਂ ਹੈਗੀ ਹੈ ਨਾ ਸੋ ਸਾਨੂੰ ਇਹ ਫੈਸਿਲਿਟੀਜ਼ ਮਿਲ ਰਹੀਆਂ Yeah. ਸੋ ਜੇ ਅਸੀਂ ਟੈਕਸ ਪੇ ਕਰਦੇ ਹਾਂ ਸਾਨੂੰ ਦੁਖਦਾ ਜ਼ਰੂਰ ਇਸ ਵੇਲੇ ਲੇਕਿਨ ਕਿਤੇ ਨਾ ਕਿਤੇ ਉਹ ਸਾਡੇ ਬੈਨੀਫਿਟ ਲਈ ਹੁੰਦਾ ਬੈਨੀਫਿਟ ਹੈ ਲਈ ਆਉਂਦਾ ਔਰ ਜਿੱਥੇ ਇਹ ਮੈਨੂੰ ਲੱਗਦਾ ਕਿ ਸੀਆਰਪੀ ਜੋ ਵੀ ਕੋਟਾ ਐਮਰਜੈਂਸੀ ਜਿਹੜਾ ਸਾਡੀ ਗਵਰਨਮੈਂਟ ਨੇ ਦਿੱਤਾ ਸਾਨੂੰ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਬਹੁਤ ਸਾਰੇ ਲੋਕ ਇਹ ਸੋਚ ਰਹੇ ਹੋਣਗੇ ਕਿ ਸਾਨੂੰ ਵਾਪਸ ਨਹੀਂ ਕਰਨਾ ਪੈਣਾ ਫਿਲਹਾਲ ਤਾਂ ਗਵਰਨਮੈਂਟ ਸਾਰਿਆਂ ਨੂੰ ਦੇ ਰਹੀ ਹੈ ਲੇਕਿਨ ਉਹਦਾ ਕੁਝ ਕ੍ਰਾਈਟੇਰੀਆ ਹੈਗਾ ਕੁਝ ਰੂਲਸ ਐਂਡ ਰੈਗੂਲੇਸ਼ਨ ਹੈਗੇ ਉਹਦੇ ਜਦੋਂ ਇਹ ਸਾਰਾ ਕੰਮ ਖਤਮ ਹੋ ਜਾਏਗਾ ਉਸ ਤੋਂ ਬਾਅਦ ਚੈਕਿੰਗ ਹੋਏਗੀ ਜਦੋਂ ਐਪਲੀਕੇਸ਼ਨਸ ਦੀ ਔਰ ਜਿਹੜੀਆਂ ਐਪਲੀਕੇਸ਼ਨਸ ਨਹੀਂ ਅਪਰੂਵਡ ਹੋਣਗੀਆਂ ਉਹਨਾਂ ਨੂੰ ਉਹ ਪੈਸਾ ਵਾਪਸ ਕਰਨਾ ਪੈਣਾ ਸੋ ਬੀ ਪ੍ਰੀਪੇਅਰਡ ਫॉर ਇਟ ਆਲਸੋ ਕਿ ਉਸ ਵੇਲੇ ਤੁਸੀਂ ਅਨੋਇਡ ਨਹੀਂ ਹੋ ਜਾਣਾ ਉਸ ਵੇਲੇ ਤੁਸੀਂ ਨਾਰਾਜ਼ ਨਹੀਂ ਹੋ ਜਾਣਾ ਗੁੱਸਾ ਨਹੀਂ ਹੋ ਜਾਣਾ ਕਿ ਲੈ ਵੀ ਹੁਣ ਸਾਨੂੰ ਪੈਸਾ ਵਾਪਸ This ਕਰਨਾ is ਪੈ just ਰਿਹਾ for ਕਿ your ਗਵਰਨਮੈਂਟ help, ਹੈ right? ਏਦਾਂ ਹੋ ਸਕਦਾ ਹੈ Yeah, it- ਅਸੀਂ ਹਿਊਮਨ ਆ we never know what the like government ਨੇ future ਚ ਕੀ rules ਬਣਾ ਦੇਣੇ ਨੇ ਔਰ ਉਹਨਾਂ ਨੇ ਹਾਂ। ਬਾਇਬੈਕ ਕਿਵੇਂ ਇਹ ਸਾਰਾ ਕਿਵੇਂ ਲੈਣਾ ਆ ਯਾ ਸੋ ਆਪਾਂ ਨੂੰ ਹਾਲੇ ਉਹਦੇ ਬਾਰੇ ਕੁਝ ਨਹੀਂ ਪਤਾ ਹਾਂ ਪਰ we should thankful right now ਜੋ ਚੱਲ ਰਿਹਾ ਆ it is like ਯਾ we are thankful right ਇਵਨ ਅਸੀਂ ਬਾਅਦ ਚੋਂ ਵੀ ਸਾਨੂੰ ਥੈਂਕਫੁਲ ਰਹਿਣਾ ਚਾਹੀਦਾ ਸਾਨੂੰ ਅਨੋਇਡ ਨਹੀਂ ਹੋਣਾ ਚਾਹੀਦਾ ਕਿਸੇ ਵੀ ਚੇਂਜਸ ਦੇ ਆਉਣ ਦੇ ਬਾਅਦ ਐਟਲੀਸਟ ਜਿਹੜੀ ਸਾਡੀ ਇੱਕ ਇਸ ਵੇਲੇ ਐਮਰਜੈਂਸੀ ਵਾਲੀ ਸਿਚੁਏਸ਼ਨ ਹੈ ਜਾਂ ਇੱਕ ਮਹਾਮਾਰੀ ਵਾਲੀ yeah ਸਿਚੁਏਸ਼ਨ ਉਹਨਾਂ ਨੇ ਹੈ ਬਹੁਤ ਉਹਦੇ ਵਿੱਚ ਵਧੀਆ ਸਾਡਾ ਸਾਥ ਤਰੀਕੇ ਨਾਲ ਨਿਭਾਇਆ। ਉਹਨਾਂ ਨੇ ਹੈਂਡਲ ਕੀਤਾ ਹੈ ਯਾ ਹੈ ਨਾ ਹਨਾ yeah ਸੋ ਬਿਲਕੁਲ ਸਹੀ ਹੈ ਹੁਣ ਕੱਲ ਜਿਵੇਂ ਗਵਰਨਮੈਂਟ ਨੇ ਇੱਕ ਐਲਾਨ ਕੀਤਾ ਕਿ 3 ਸਟੇजेस ਦੇ ਵਿੱਚ ਓਪਨ ਕੀਤਾ Open, ਜਾਏਗਾ ਰਾਈਟ yeah, ਕਿ right. ਫਸਟ ਸਟੇਜ ਦੇ ਵਿੱਚ ਕੁਝ ਫੈਸਿਲਿਟੀਜ਼ ਓਪਨ ਹੋਣਗੀਆਂ ਸੈਕੰਡ ਦੇ ਵਿੱਚ ਕੁਝ ਥੋੜੀਆਂ ਹੋਣਗੀਆਂ ਹਮ, ਥਰਡ ਦੇ ਵਿੱਚ ਫਿਰ ਚੇਂਜ ਕੀਤਾ ਜਾਏਗਾ ਥਰਡ ਹਮ। ਲੈਵਲ ਦੇ ਵਿੱਚ ਜੇ ਪ੍ਰੋਗਰੈਸ ਨਹੀਂ ਹੋਈ ਕੰਮ ਨਹੀਂ ਕੀਤਾ ਵਾਪਸ ਫਿਰ ਸਵਿਚ ਕਰ ਜਾਣਗੇ ਫਿਰ switch ਕਰ ਇਨੀਸ਼ੀਅਲ ਵਾਲੇ ਚ ਸੋ ਆਈ ਥਿੰਕ ਕਿਤੇ ਨਾ ਕਿਤੇ ਇਹ ਬਿਹਤਰ ਵੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਨੈਗੇਟਿਵ ਪੋਜ਼ਿਟਿਵ ਹੋ ਸਕਦਾ ਹੈ ਹਾਂਜੀ ਜਿਵੇਂ ਉਹਨਾਂ ਨੇ ਮਿਸਟਰ ਫੋਰਡ ਨੇ ਕਿਹਾ ਹੈ ਕਿ ਸਭ ਤੋਂ ਪਹਿਲੇ ਆਪਾਂ ਜਿਹੜੇ ਵੀ ਫਸਟ ਲੈਵਲ ਤੇ ਸ਼ੁਰੂ ਕਰਨੇ ਆ ਉਹਦੇ ਵਿੱਚ ਜ਼ਿਆਦਾ ਗੈਦਰਿੰਗਸ ਨਹੀਂ ਅਲਾਉ ਹੋਣਗੀਆਂ ਰਾਈਟ ਸੋ ਮੇਬੀ ਉੱਥੇ ਥੋੜੀਆਂ ਗੈਦਰਿੰਗਸ ਹੋਣਗੀਆਂ ਫਿਊ ਪੀਪਲਸ ਹੋਣਗੇ ਮੇਬੀ देयर आर ਲੈਸ ਚਾਂਸਸ ਟੂ ਲਾਈਕ ਗੈਟ ਇਨਫੈਕਸ਼ਨ ਸੋ ਆਈ ਥਿੰਕ ਇਟਸ ਅ ਗੁੱਡ ਡਿਸੀਜਨ ਲੇਕਿਨ ਮੈਨੂੰ ਇਹ ਲੱਗਦਾ ਰਵੀ ਜੀ ਕਿ ਜੇ ਗਵਰਨਮੈਂਟ ਢਿੱਲ ਦੇ ਰਹੀ ਹੈ ਜਾਂ ਇਦਾਂ ਦੇ ਸਟੇजेस ਦੇ ਵਿੱਚ ਓਪਨ ਕਰ ਰਹੀ ਹੈ ਕੁਝ ਫੈਸਿਲਿਟੀਆਂ ਸਾਡੇ ਲੋਕਾਂ ਨੂੰ ਇਹ ਧਿਆਨ ਦੀ ਗੱਲ ਰੱਖਣੀ ਪਏਗੀ ਕਿ ਇਹ ਜਿਹੜੀ ਢਿੱਲ ਹੈ ਇਹ ਦੁਬਾਰਾ ਲਗਾਮ ਕੱਸੀ ਵੀ ਜਾ ਸਕਦੀ ਹੈ ਜੇ ਤੁਸੀਂ ਰੂਲਸ ਨੂੰ ਫੋਲੋ ਨਹੀਂ ਕਰੋਗੇ ਕਿਉਂਕਿ ਅਸੀਂ ਇਦਾਂ ਦੇ ਹੈਗੇ ਆ ਹਰ ਇਨਸਾਨ ਚਾਹੇ ਕੋਈ ਵੀ ਕਮਿਊਨਿਟੀ ਲੈ ਲਓ ਸਾਨੂੰ ਤੇ ਥੋੜੀ ਜਿਹੀ ਵੀ ਛੂਟ ਛੂਟ ਮਿਲਦੀ ਹੈ ਮਿਲਦੀ ਹੈ ਨਾ ਆਪਾਂ ਉਹਨੂੰ ਜ਼ਿਆਦਾ ਗ੍ਰੈਬ ਕਰ ਲੈਂਦੇ ਕਹਿੰਦੇ ਜਦੋਂ ਉਂਗਲੀ ਫੜਾਓ ਤੇ ਹੱਥ ਫੜਨ ਦੀ ਕੋਸ਼ਿਸ਼ ਕਰਦੇ ਆ Exactly. ਸੋ ਉਹ ਸਿਚੁਏਸ਼ਨ ਨਹੀਂ ਆਣੀ ਚਾਹੀਦੀ even ਜੇ ਇਹ ਥੋੜੀ ਗੈਦਰਿੰਗ ਹੋ ਵੀ ਰਹੀ ਹੈ ਤਾਂ ਸੋਸ਼ਲ ਡਿਸਟੈਂਸਿੰਗ still had to be maintained right and still ਜਿਹੜੇ ਮਾਸਕ ਨੇ ਗਲਵਸ ਨੇ ਪ੍ਰੋਪਰ ਸੈਨੀਟਾਈਜੇਸ਼ਨ I think ਇਹ ਉਸ ਟਾਈਮ ਵੀ ਉਹਨੇ ਹੀ ਜ਼ਰੂਰੀ ਹੋਣਗੇ ਜਦੋਂ ਫਸਟ ਸਟੇਜ ਤੇ ਜਦੋਂ ਵੀ ਇਹ ਆਪਾਂ ਨੂੰ ਖੁੱਲ੍ਹ ਦਿੰਦੇ ਆ ਜਾਣ ਇਹ ਚੀਜ਼ਾਂ ਤਾਂ ਰਹਿਣਗੀਆਂ ਹੀ ਐਂਡ ਸਰਪ੍ਰਾਈਜ਼ ਨਹੀਂ ਹੋਣਾ ਜੇ ਲਾਈਕ ਪੂਰੇ 1 ਸਾਲ ਹੀ ਤੁਹਾਨੂੰ ਕੋਈ ਕਹਿ ਦੇ ਕਿ ਜੀ ਤੁਸੀਂ ਸੈਨੀਟਾਈਜ਼ਰ ਗਲਵਸ ਤੇ ਤੁਸੀਂ ਆਪਣੇ ਮਾਸਕ ਯੂਜ਼ ਕਰਨੇ ਸੋ ਡੋਂਟ ਬੀ ਸਰਪ੍ਰਾਈਜ਼ ਔਰ ਆਈ ਥਿੰਕ ਇਟ ਕੁਡ ਹੈਪਨ ਔਰ ਮੈਨੂੰ ਲੱਗਦਾ ਕਿ ਰਵੀ ਜੀ ਕਿ ਜੇ ਅਸੀਂ ਸੈਨੀਟਾਈਜ਼ ਕਰਨੇ ਆ ਆਪਣੇ ਹੱਥ ਬਾਰ-ਬਾਰ ਧੋਨੇ ਆ ਆਪਣਾ ਆਲਾ ਦੁਆਲਾ ਸਾਫ਼ ਰੱਖਨੇ ਆ ਆਪਣੇ ਆਪ ਨੂੰ ਆਪਾਂ ਸਾਫ਼ ਸੁਥਰਾ ਰੱਖਨੇ ਆ ਤੇ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਮੈਨੂੰ ਲੱਗਦਾ ਸਾਨੂੰ ਲਾਈਫ ਲੌਂਗ ਇਹ ਚੀਜ਼ਾਂ ਜਿਹੜੀਆਂ ਅਪਣਾ ਲੈਣੀਆਂ ਚਾਹੀਦੀਆਂ ਕਿਉਂਕਿ ਜੇ ਅਸੀਂ ਸਾਫ਼ ਸੁਥਰੇ ਰਹਿੰਦੇ ਆ ਘਰ ਨੂੰ ਵੀ ਪ੍ਰੋਪਰ ਸੈਨੀਟਾਈਜ਼ੇਸ਼ਨ ਕਰਕੇ ਰੱਖਦੇ ਆ ਸਾਫ਼ ਸਫਾਈ ਦਾ ਧਿਆਨ ਰੱਖਦੇ ਆ ਖਾਣ ਪੀਣ 'ਚ ਵੀ ਮਿਲਣ ਜੁਲਣ ਦੇ ਵਿੱਚ ਵੀ ਤਾਂ ਅਸੀਂ ਆਪਣੇ ਆਪ ਨੂੰ ਤਾਂ ਸੁਰੱਖਿਅਤ ਰੱਖਦੇ ਹੀ ਆ ਦੂਜੇ ਨੂੰ ਵੀ ਰੱਖਦੇ ਆ ਰਾਈਟ ਬਿਕੋਜ਼ ਯੂ ਨੈਵਰ ਨੋ ਦੂਸਰਾ ਕਿੱਥੋਂ ਆਇਆ ਉਹਨੂੰ ਕੀ ਪ੍ਰੋਬਲਮ ਹੈਗੀ ਹੈ ਕਿਉਂਕਿ ਹਰ ਕੋਈ ਤਾਂ ਦੱਸਦਾ ਨਹੀਂ ਨਾ ਕਿ ਮੈਨੂੰ ਕੀ ਪ੍ਰੋਬਲਮ ਹੈ ਕਈ ਲੋਕੀ ਬਾਹਰੋਂ ਚੰਗੇ ਭਲੇ ਦਿਖਦੇ ਆ ਲੇਕਿਨ ਹੋ ਸਕਦਾ ਅੰਦਰੋਂ ਨਾ ਕੋਈ ਪ੍ਰੋਬਲਮ ਹੋਵੇ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਮੈਨੂੰ ਲੱਗਦਾ ਲਾਈਫ ਲੌਂਗ ਸਾਨੂੰ ਅਪਣਾਉਣਾ ਚਾਹੀਦਾ ਹੈ ਕੁਝ ਚੀਜ਼ਾਂ ਨੂੰ ਹਾਂ ਮਾਸਕ ਅਸੀਂ ਹਰ ਪੂਰਾ ਲਾਈਫ ਲੌਂਗ ਨਹੀਂ ਪਾ ਕੇ ਬੈਠ ਸਕਦੇ ਲੇਕਿਨ ਲਾਈਕ ਜਦ ਤੱਕ ਇਹ ਬਿਮਾਰੀ ਹੈਗੀ ਹੈ ਕੋਵਿਡ-19 ਦਾ ਕਹਿਰ ਹੈਗਾ ਉਦੋਂ ਤੱਕ ਤਾਂ ਸਾਨੂੰ ਪੂਰੇ ਰੂਲਸ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਨਾ ਚਾਹੀਦਾ ਹੁਣ ਮੈਂ ਦੇਖੋ ਗ੍ਰੋਸਰੀ ਸਟੋਰ 'ਚ ਕੱਲ੍ਹ ਗਈ ਸੀ ਉੱਥੇ ਮੈਂ ਕੁਝ ਲੋਕਾਂ ਨੇ ਮਾਸਕ ਪਾਇਆ ਹੋਇਆ ਕੁਝ ਲੋਕਾਂ ਨੇ ਨਹੀਂ ਪਾਇਆ ਹੋਇਆ ਕੁਝ ਲੋਕਾਂ ਨੇ ਗਲਵਜ਼ ਪਾਏ ਹੋਇਆ ਮਾਸਕ ਨਹੀਂ ਪਾਇਆ ਹੋਇਆ ਕੁਝ ਲੋਕਾਂ ਨੇ ਦੋਨੋਂ ਨਹੀਂ ਸੀ ਪਾਏ ਹੋਏ ਨਾ ਮਾਸਕ ਨਾ ਗਲਵਜ਼ ਸੋ ਮੈਂ ਹਜੇ ਵੀ ਆਪਣੇ ਦਰਸ਼ਕਾਂ ਨੂੰ ਜਾਂ ਆਪਣੇ ਭਾਈਚਾਰੇ ਨੂੰ ਆਪਣੀ ਕਮਿਊਨਿਟੀ ਨੂੰ ਕਹਿਣਾ ਚਾਹਾਂਗੀ ਕਿ ਪਲੀਜ਼ ਤੁਸੀਂ ਇੱਦਾਂ ਦੀ ਬਿਲਕੁਲ ਵੀ ਅਣਗਹਿਲੀ ਨਾ ਕਰੋ ਇੱਦਾਂ ਦੀ ਸੋਚ ਨਾ ਰੱਖੋ ਕਿ
ਸਾਨੂੰ ਕੋਈ ਦੇਖ ਕੇ ਕੀ ਕਹੂਗਾ, ਕਿਉਂਕਿ ਇਹ ਸਿਚੁਏਸ਼ਨ ਇਦਾਂ ਦੀ ਕਿ ਹਰ ਕਿਸੇ ਦੀ ਜਾਨ ਤੇ ਬਣੀ ਹੋਈ ਹੈ, ਰਾਈਟ। ਆਈ ਹੋਪ ਕਿ ਤੁਸੀਂ ਵੀ ਦੇਖਿਆ ਹੋਏਗਾ ਲੋਕਾਂ ਨੂੰ ਇਹ ਕਰਦੇ ਗਲਤੀਆਂ। ਬਟ ਫਿਰ ਵੀ ਜੋਤੀ ਜੀ ਮੈਂ ਦੇਖਿਆ ਕਿ ਕੁਝ ਵੀ ਹੈਗੇ ਆ ਲਾਈਕ 10-15% ਹੀ ਇੱਦਾਂ ਦੀ ਹੈਗੀ ਆ, generally 70-80% people are following it, which is very good. That's why ਆਪਣੇ appeal region ਦੇ ਵਿੱਚ ਇੰਨਾ ਜ਼ਿਆਦਾ ਲਾਈਕ COVID-19 ਦੇ ਕੇਸਿਸ ਇੰਨੇ ਜ਼ਿਆਦਾ ਖਰਾਬ ਨਹੀਂ ਹੈਗੇ ਹਾਲਾਤ ਨਾ, ਬਟ ਡੇ ਬਾਈ ਡੇ ਵੱਧ ਰਹੇ ਆ, ਰਾਈਟ। ਸੋ ਉਹ ਵੀ ਇੱਕ ਚਿੰਤਾ ਦਾ ਕਾਰਨ ਹੈਗਾ। ਦੇਖੋ ਕੱਲ ਤੁਸੀਂ ਵੌਨ ਦੇ ਵਿੱਚ ਜਿਹੜਾ ਕਾਸਕੋ ਹੈਗਾ ਉੱਥੇ 5 EMPLOYEES ਨੂੰ ਜਿਹੜਾ 7 ਬਾਅਦ ਵਿੱਚ 7 ਦੀ ਰਿਪੋਰਟ ਵੀ ਆਈ ਹੈ। ਓਕੇ, ਸੋ ਆਈ ਥਿੰਕ ਉਹ ਵੀ ਇੱਕ ਖਤਰੇ ਦੀ ਘੰਟੀ ਹੈ, ਬਿਲਕੁਲ। ਸੋ ਹੁਣ ਦੇਖੋ ਉਹ 7 EMPLOYEES ਨੇ ਜਾਂ 5 EMPLOYEES ਨੇ ਜਿਨ੍ਹਾਂ ਨੂੰ ਵੀ ਟੱਚ ਕੀਤਾ ਹੋਏਗਾ ਜਾਂ ਜਿੱਥੇ ਵੀ ਉਹ ਗਏ ਹੋਣਗੇ ਜਾਂ ਜਿਨ੍ਹਾਂ ਨੂੰ ਵੀ ਡੀਲ ਕੀਤਾ ਹੋਏਗਾ, ਇਸ ਵੇਲੇ ਉਹ ਇਨਸਾਨ ਵੀ ਜਿਹੜੇ ਇਫੈਕਟਡ ਹੋਣਗੇ, ਰਾਈਟ। ਹੁਣ ਸਾਨੂੰ ਪਤਾ ਨਹੀਂ ਹੈ ਕਿ ਉਹ ਕਿਹਨਾਂ ਨੂੰ ਮਿਲੇ, ਕਿੱਥੇ ਗਏ, ਕਿੱਥੇ ਖੜੇ ਹੋਏ, ਕਿੱਥੇ ਉਹਨਾਂ ਨੇ ਖਾਧਾ ਪੀਤਾ, ਕਿੱਥੇ ਹੱਥ ਲਗਾਇਆ, ਹੈ ਨਾ। ਤਾਈਓ ਆਪਣੇ ਜਦੋਂ ਪਿੱਛੇ ਸਰਕਲਰ ਆਇਆ ਸੀਗਾ ਕਿ ਤੁਸੀਂ ਜਦੋਂ ਗਰੋਸਰੀ ਕਰਨ ਜਾਂਦੇ ਹੋ ਜਾਂ ਕਰਦੇ ਹੋ ਤਾਂ ਐਟਲੀਸਟ ਇੱਕ ਘਰ ਦਾ ਇੱਕ ਮੈਂਬਰ ਹੀ ਜਾਵੇ, ਤੇ ਉਹੀ ਪ੍ਰੋਪਰ ਗਲਵਸ ਪਾ ਕੇ ਤੇ ਸੈਨੀਟਾਈਜ਼ ਕਰਕੇ, ਕਿਉਂਕਿ ਜੇ ਸਪੋਜ਼ ਇਹੋ ਜਿਹੇ ਹਾਲਾਤ ਹੋ ਵੀ ਜਾਣ ਤਾਂ ਐਟਲੀਸਟ ਬਾਕੀ ਫੈਮਿਲੀ ਨੂੰ ਇਹ ਪ੍ਰੋਬਲਮ ਨਾ ਹੋਵੇ। ਬਿਲਕੁਲ, ਇੱਕ ਤਾਂ ਗੱਲ ਹੋ ਗਈ ਕਿ ਚਲੋ ਸੇਫਟੀ ਦੀ ਤੁਸੀਂ ਰੱਖੋ, ਮਤਲਬ ਹਜੇ ਵੀ ਅਸੀਂ ਲੋਕੀ ਅੰਗੈਲੀ ਕਰ ਰਹੇ ਹਾਂ ਕਿ ਅਸੀਂ ਮਾਸਕ ਨਹੀਂ ਪਾ ਰਹੇ ਪ੍ਰੋਪਰ, ਅਸੀਂ ਗਲਵਸ ਨਹੀਂ ਪਾ ਰਹੇ, ਅਸੀਂ ਕਿਤੇ ਨਾ ਕਿਤੇ ਆਲਸੀ ਹੋ ਰਹੇ ਹਾਂ ਜਾਂ ਸਾਡੇ ਕੋਲ ਉਹ ਹੈ ਨਹੀਂ। ਦੇਖੋ ਜੇ ਤੁਸੀਂ ਕਹਿੰਦੇ ਹੋ ਸਾਡੇ ਕੋਲ ਮਾਸਕ ਨਹੀਂ ਹੈਗਾ ਜਾਂ ਸਾਨੂੰ ਮਿਲਿਆ ਨਹੀਂ, ਕਈ ਤਰੀਕੇ ਹਨ। ਤੁਸੀਂ ਮਾਸਕ, ਆਪਣਾ ਸਕਾਰਫ ਲੈ ਲਓ, ਆਪਣਾ ਦੁਪੱਟਾ ਲੈ ਲਓ, ਮੂੰਹ ਨੂੰ ਰੈਪ ਕਰ ਲਓ, ਤੁਸੀਂ ਕਵਰ ਹੀ ਕਰਨਾ, ਰਾਈਟ। ਹੋਰ ਕੋਈ ਇਹ 'ਚ ਵੱਡੀ ਗੱਲ ਨਹੀਂ ਹੈਗੀ, ਰਾਈਟ। ਸੋ ਇੱਕ ਹੋਰ ਮੈਂ ਚੀਜ਼ ਵੀ ਅੱਜ ਕੱਲ੍ਹ ਦੇਖ ਰਹੀ ਹਾਂ, ਸ਼ਾਇਦ ਤੁਸੀਂ ਵੀ ਵੇਖੀ ਹੋਏਗੀ, ਰਾਈਟ। ਸਾਡੇ ਲੋਕਾਂ ਦੇ ਵਿੱਚ ਜਿਹੜੀ ਐਨਜ਼ਾਈਟੀ ਜਾਂ ਜਿਹੜੀ ਇੱਕ ਕਾਹਲਪੁਣਾ ਜਿਹਨੂੰ ਤੁਸੀਂ ਕਹਿ ਲਓ, ਹੈ ਨਾ, ਉਹ ਬਹੁਤ ਜ਼ਿਆਦਾ ਹੈ। ਉਹ ਮੈਨੂੰ ਲੱਗਦਾ ਨਹੀਂ ਕਿ ਹਜੇ ਵੀ ਇੱਦਾਂ ਦੇ ਹਾਲਾਤ ਹੋਣ ਤੋਂ ਬਾਅਦ ਵੀ ਅਸੀਂ ਕੋਈ ਇਹ ਚੀਜ਼ਾਂ ਜਿਹੜੀਆਂ ਸਿੱਖਾਂਗੇ ਜਾਂ ਇਹਨਾਂ ਚੀਜ਼ਾਂ ਸੁਧਾਰ ਲਿਆਵਾਂਗੇ। ਲਾਈਕ ਹੁਣ ਜਿਵੇਂ ਮੈਂ ਆ ਰਹੀ ਸੀ, ਅੱਜ ਆ ਰਹੀ ਸੀ, ਤੁਹਾਨੂੰ ਪਤਾ ਸੜਕਾਂ ਖਾਲੀ ਹੈ, ਨਹੀਂ ਟ੍ਰੈਫਿਕ ਨਹੀਂ ਹੁੰਦੀ ਅੱਜ ਕੱਲ੍ਹ, ਚਲੋ ਰਸ਼ ਦੇ ਦਿਨਾਂ 'ਚ ਆਪਾਂ ਸਮਝ ਸਕਦੇ ਹਾਂ, ਪਰ ਫਿਰ ਵੀ ਜਦੋਂ ਅਸੀਂ ਘਰੋਂ ਨਿਕਲਦੇ ਹਾਂ ਸਾਨੂੰ ਟਾਈਮ ਲੈ ਕੇ ਨਿਕਲਣਾ ਚਾਹੀਦਾ ਹੈ। ਚਲੋ ਅਸੀਂ ਨਹੀਂ ਵੀ ਨਿਕਲੇ ਜਾਂ ਕੋਈ ਰੀਜ਼ਨ ਸੀ ਅਸੀਂ ਲੇਟ ਹੋ ਗਏ ਨਿਕਲਦੇ ਹਾਂ ਨਾ, ਬਟ ਤੁਹਾਨੂੰ ਜਲਦੀ ਹੈ, ਪਰ ਜਿਹੜਾ ਤੁਹਾਡੇ ਅੱਗੇ ਇਨਸਾਨ ਕਾਰ ਲੈ ਕੇ ਚੱਲ ਰਿਹਾ ਉਹਨੂੰ ਜਲਦੀ ਨਹੀਂ ਹੈਗੀ। ਉਹ ਹੋ ਸਕਦਾ ਟਾਈਮ 'ਤੇ ਨਿਕਲਿਆ ਹੋਵੇ, ਪਰ ਤੁਹਾਡੇ ਕਾਰਨ ਉਹ ਕਿਉਂ ਮੌਤ ਦੇ ਮੂੰਹ 'ਚ ਚਲਾ ਜਾਵੇ। ਸਪੋਜ਼ ਅੱਜ ਮੈਂ ਜਿਵੇਂ ਲੈਫਟ ਟਰਨ 'ਤੇ ਖੜੀ ਸੀ, ਹੈ ਨਾ, ਅੱਗੇ ਮੈਨੂੰ ਕਾਰ ਦਿਸ ਰਹੀ ਆਉਂਦਿਆਂ, ਪਿੱਛੇ ਵਾਲੇ ਨੂੰ ਹੋ ਸਕਦਾ ਕਾਹਲੀ ਹੋਵੇਗੀ, ਬਟ ਮੈਂ ਜੇ ਲੈਫਟ ਟਰਨ 'ਤੇ ਖੜੀ ਹਾਂ ਤੇ ਮੈਂ ਆਪਣਾ ਟਾਈਮ ਲੈ ਕੇ ਹੀ ਲੈ, ਜਦ ਤੱਕ ਮੈਨੂੰ ਸੇਫ ਨਹੀਂ ਲੱਗੇਗਾ, ਜਦ ਤੱਕ ਮੈਨੂੰ ਸੇਫ ਨਾ ਲੱਗੇਗਾ, ਤੇਰੇ ਕਾਰਨ ਮੈਂ ਕਿਉਂ ਕਾਹਲੀ ਕਰਾਂ, ਰਾਈਟ। ਸੋ ਹਰ ਇਨਸਾਨ ਨੂੰ ਮੈਨੂੰ ਲੱਗਦਾ ਸੜਕ 'ਤੇ ਜਿਹੜਾ ਵੀ ਬੰਦਾ ਗੱਡੀ ਚਲਾ ਰਿਹਾ ਹੈ ਉਹਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਬਿਲਕੁਲ, ਹੈ ਨਾ। ਜੇ ਮੈਂ ਅੱਗੇ ਆ ਤੇਰੇ ਤਾਂ ਮੈਂ ਤੈਨੂੰ ਵੀ ਸੇਫ ਰੱਖ ਰਹੀ ਹਾਂ, ਮੈਂ ਖੁਦ ਨੂੰ ਵੀ ਸੇਫ ਰੱਖ ਰਹੀ ਹਾਂ। ਮੇਰੇ ਸਾਹਮਣੇ ਉਹ ਕਾਰ ਆ ਰਹੀ ਹੈ, ਤੂੰ ਮੇਰੇ ਪਿੱਛੋਂ ਹੌਂਕ ਕਰ ਰਿਹਾ ਕਿ ਗੱਡੀ ਲੈ ਜਾਓ, ਮੈਂ ਉਹਨੂੰ ਡਬਲ ਹੌਂਕ ਕੀਤਾ। ਮੈਂ ਉਹਨੂੰ ਇਸ ਲਈ ਕੀਤਾ ਵੀ ਤੂੰ ਗਲਤ ਹੈ ਇਸ ਵੇਲੇ, ਰਾਈਟ, ਬਿਕੋਜ਼ ਗੱਡੀ ਜਦੋਂ ਨਿਕਲੇਗੀ ਤਾਂ ਮੈਂ ਲੈਫਟ ਟਰਨ ਲਾਉਂਗੀ। ਸੋ ਮੈਂ ਅੱਜ ਇਹ ਚੀਜ਼ ਰੀਅਲਾਈਜ਼ ਕਰ ਰਹੀ ਸੀ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਅਸੀਂ ਕੁਝ ਵੀ ਸਿੱਖ ਨਹੀਂ ਰਹੇ, ਜਦ ਕਿ ਦੇਖੋ ਸਾਨੂੰ ਖੁੱਲ੍ਹਾ ਟਾਈਮ ਮਿਲ ਰਿਹਾ ਘਰ 'ਚ ਬੈਠ ਕੇ ਆਪਣੇ ਆਪ ਨੂੰ ਸਮਝਣ ਦਾ, ਆਪਣੀ ਜ਼ਿੰਦਗੀ ਨੂੰ ਸਮਝਣ ਦਾ, ਆਪਣੀਆਂ ਗਲਤੀਆਂ ਨੂੰ ਸੋਚਣ ਦਾ, ਆਪਣੇ ਫਿਊਚਰ ਪਲਾਨਸ ਕਰਨ ਦਾ, ਰਾਈਟ। ਸਾਨੂੰ ਕਿਤੇ ਨਾ ਕਿਤੇ ਸਾਡੇ ਮਾਈਂਡ ਪੀਸਫੁਲ ਹੋਣੇ ਚਾਹੀਦੇ, ਕਿਉਂਕਿ ਅਸੀਂ ਸਾਰੇ ਅੱਜ ਕੱਲ੍ਹ ਬਹੁਤ ਚੰਗੀ ਨੀਂਦ ਲੈ ਰਹੇ ਹਾਂ, ਬਹੁਤ ਚੰਗਾ ਖਾਣਾ ਖਾ ਰਹੇ ਹਾਂ, ਬਹੁਤ ਵਧੀਆ ਮਾਹੌਲ 'ਚ ਰਹਿ ਰਹੇ ਹਾਂ। ਵਧੀਆ ਮਾਹੌਲ ਇਸ ਕਰਕੇ ਕਿਉਂਕਿ ਸਾਰੀ ਫੈਮਿਲੀ ਨਾਲ ਇਕੱਠੀ ਆ, ਚੰਗਾ ਕੁਆਲਿਟੀ ਟਾਈਮ ਅਸੀਂ ਸਾਰੇ ਅੱਜ ਕੱਲ੍ਹ ਬਿਤਾ ਰਹੇ ਹਾਂ। ਗਵਰਨਮੈਂਟ ਸਾਨੂੰ ਸਾਰੀਆਂ ਫੈਸਿਲਿਟੀਆਂ ਦੇ ਰਹੀ ਹੈ, ਗਵਰਨਮੈਂਟ ਸਾਨੂੰ ਬੈਨੀਫਿਟ ਦੇ ਰਹੀ ਹੈ, ਸਾਨੂੰ ਐਂਟਰਟੇਨਮੈਂਟ ਮਿਲ ਰਿਹਾ TV 'ਚ ਲਗਾਤਾਰ 24 ਘੰਟੇ, ਸਾਨੂੰ ਖਾਣਾ ਪੀਣਾ ਲਗਾਤਾਰ ਮਿਲ ਰਿਹਾ, ਫਿਰ ਵੀ ਅਸੀਂ ਇੰਨੇ ਕਾਹਲੇ, ਇੰਨੇ ਉਤਾਵਲੇ, ਇੰਨੇ ਪਰੇਸ਼ਾਨ ਕਿਉਂ ਆ, ਮੈਨੂੰ ਸਮਝ ਨਹੀਂ ਆਉਂਦੀ। ਇਹ ਤੁਹਾਡੀ ਗੱਲ ਦੇ ਨਾਲ ਹੀ ਮੈਨੂੰ ਇੱਕ ਗੱਲ ਯਾਦ ਆ ਗਈ, ਥੋੜੇ ਜਿਹੇ ਦਿਨਾਂ 'ਚ ਨਿਊਜ਼ ਵੀ ਆਈ ਸੀ ਨਾ ਕਿ ਓਵਰ ਸਪੀਡਿੰਗ ਟਿਕਟਿੰਗ ਕਿੰਨੀ ਜ਼ਿਆਦਾ ਹੋਈ ਆ ਆਪਣੇ ਬਰੈਂਪਟਨ ਏਰੀਆ ਦੇ ਵਿੱਚ। ਈਵਨ 401 ਤੇ ਵੀ ਕਿੰਨੀਆਂ ਟਿਕਟਾਂ, ਇਵਨ ਐਕਸੀਡੈਂਟ ਵੀ ਹੋਏ ਨੇ ਓਵਰ ਸਪੀਡਿੰਗ ਹੋਈ, ਜਦਕਿ ਕੋਈ ਕੰਮ ਨਹੀਂ ਹੈਗਾ, ਕੋਈ ਆਫਿਸ ਨਹੀਂ ਖੁੱਲਾ, ਤੁਸੀਂ ਕੰਮ ਤੇ ਨਹੀਂ ਜਾ ਰਹੇ ਹੋ, then why be relaxed, just you are just trying ਕਿ ਮੈਂ ਕਿੰਨੀ ਤੇਜ਼ ਚਲਾ ਸਕਦਾ, ਸੜਕਾਂ ਖੁੱਲੀਆਂ ਮਿਲੀਆਂ ਤੇਜ਼ ਚਲਾ ਸੜਕਾਂ ਖੁੱਲੀਆਂ ਮਿਲੀਆਂ ਤੇ ਚਲੋ ਸਾਨੂੰ ਕੋਈ ਵਾਚ ਨਹੀਂ ਕਰ ਰਿਹਾ। ਪਰ ਦੇਖੋ ਹੁਣ ਇੰਨਾ ਵੱਡਾ ਕਹਿਰ ਜਿਹੜਾ ਪੂਰੀ ਦੁਨੀਆ ਤੇ ਇਸ ਵੇਲੇ ਬਣਿਆ ਹੋਇਆ ਹੈ, ਰਾਈਟ, ਪੂਰੀ ਦੁਨੀਆ ਇਸ ਕਹਿਰ ਨੂੰ ਜੂਝ ਰਹੀ ਹੈ ਇਸ ਵੇਲੇ। ਕੋਈ ਵੀ ਡਿਸਕਸ਼ਨ, ਕੋਈ ਵੀ ਗੱਲਬਾਤ ਕਿਸੇ ਘਰ 'ਚ, ਕਿਸੇ ਆਫਿਸ 'ਚ, ਕਿਸੇ ਸਰਕਾਰ 'ਚ ਨਹੀਂ ਹੋ ਰਹੀ, ਕਿਸੇ ਦੇਸ਼, ਸਿਰਫ ਇੱਕੋ ਚਰਚਾ ਹੋ ਰਹੀ ਹੈ COVID-19 ਨੂੰ ਕਿੱਦਾਂ ਦੂਰ ਕੀਤਾ ਜਾਵੇ, ਕਿੱਦਾਂ
ਇਹਦੇ ਤੋਂ ਬਚਿਆ ਜਾਵੇ, ਹਨਾ। ਪਰ ਫਿਰ ਵੀ ਅਸੀਂ ਲੋਕੀ ਸੁਧਰ ਨਹੀਂ ਰਹੇ, ਅਸੀਂ ਮਤਲਬ ਅਸੀਂ ਸੋਚ ਨਹੀਂ ਰਹੇ ਕਿ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਇਹ ਸਾਡੇ ਕੁਝ ਗਲਤੀਆਂ ਦੇ ਕਾਰਨ ਹੀ ਹੋ ਰਹੀਆਂ। ਕੁਝ ਗਲਤੀਆਂ ਅਸੀਂ ਕੀਤੀਆਂ ਨੇਚਰ ਦੇ ਨਾਲ, ਕੁਝ ਗਲਤੀਆਂ ਕੀਤੀਆਂ ਅਸੀਂ ਐਨੀਮਲਸ ਦੇ ਨਾਲ, ਕੁਝ ਗਲਤੀਆਂ ਕੀਤੀਆਂ ਅਸੀਂ ਆਪਣੇ ਨਾਲ, ਕੁਝ ਗਲਤੀਆਂ ਅਸੀਂ ਸਮਾਜ ਨਾਲ ਤੇ ਕੁਝ ਗਲਤੀਆਂ ਕੀਤੀਆਂ ਪਰਿਵਾਰ ਦੇ ਨਾਲ। ਸੋ ਕਿਤੇ ਨਾ ਕਿਤੇ ਹਰ ਇਨਸਾਨ ਗਲਤ ਹੈ, ਕੋਈ ਵੀ ਇਨਸਾਨ 100% ਜਿਹੜਾ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਠੀਕ ਹੁੰਦਾ, ਰਾਈਟ। ਜਿਵੇਂ ਆਪਣੇ ਘਰ ਵਿੱਚ ਹੀ ਦੇਖ ਲਓ ਜੋਤੀ ਜੀ, ਆਪਾਂ ਆਪਣੇ ਬੱਚਿਆਂ ਨੂੰ ਜਦੋਂ ਜ਼ਿਆਦਾ ਲਾਡ ਦੇ ਦਿੰਦੇ ਆ, ਰਾਈਟ, ਓਵਰ ਪੈਂਪਰਿੰਗ ਕਰ ਦਿੰਦੇ ਆ, ਤੇ ਆਪਾਂ ਨੂੰ ਥੋੜਾ ਜਿਹਾ ਫਿਰ ਦੱਸਣਾ ਪੈਂਦਾ ਹੈ ਕਿ ਨਹੀਂ ਮੈਂ ਤੇਰੀ ਮਾਂ ਆ, ਰਾਈਟ। ਸੋ ਜਸਟ ਲਾਈਕ ਦੈਟ ਮਦਰ ਨੇਚਰ, ਇੱਕ ਕਾਇਨਾਤ, ਇੱਕ ਕੁਦਰਤ, ਆਈ ਥਿੰਕ ਸ਼ੀ ਵਾਂਟਡ ਟੂ ਟੈਲ ਅਸ ਕਿ ਮਤਲਬ ਵੀ ਮੈਂ ਤੁਸੀਂ ਮੇਰੇ ਤੋਂ, ਮੈਂ ਤੁਹਾਡੇ ਤੋਂ ਨਹੀਂ ਹੈਗੀ। ਸੋ ਆਈ ਥਿੰਕ ਦਿਸ ਇਜ਼ ਜਸਟ ਅ ਵੇ ਟੂ ਰਿਸਪੌਂਡ ਹਰ। ਬਿਲਕੁਲ। ਐਂਡ ਆਪਾਂ ਨੂੰ ਇਹਨੂੰ ਵਾਚ ਕਰਨਾ ਚਾਹੀਦਾ ਆ, ਇਹਨੂੰ ਲਿਸਨ ਕਰਨਾ ਚਾਹੀਦਾ ਆ, ਵਾਟ ਐਗਜ਼ੈਕਟਲੀ ਸ਼ੀ ਵਾਂਟ ਟੂ ਟੈਲ ਅਸ, ਐਂਡ ਉਹਦੇ ਅਕੋਰਡਿੰਗ ਆਈ ਥਿੰਕ ਕੁਝ ਪੋਜ਼ਿਟਿਵ ਚੀਜ਼ਾਂ ਵੀ ਹੁਣ ਹੋ ਕੇ ਆਉਣਗੀਆਂ। ਜਿੱਦਾਂ ਹੁਣ ਆਪਾਂ ਸੁਣਦੇ ਹਾਂ ਕਿ ਇੰਡੀਆ 'ਚ ਕਿੰਨਾ ਵਧੀਆ ਇਨਵਾਇਰਨਮੈਂਟ ਹੋ ਗਿਆ, ਰਾਈਟ, ਪਾਣੀ ਜਿੱਦਾਂ ਪੋਲਿਊਸ਼ਨ ਕਿੰਨਾ ਜ਼ਿਆਦਾ ਡਾਊਨ ਹੋ ਗਿਆ, ਰਾਈਟ। ਮੈਨੂੰ WhatsApp ਤੇ Facebook ਤੇ ਬਹੁਤ ਪਿਕਚਰਸ ਆਉਂਦੀਆਂ ਨੇ ਇੰਡੀਆ ਤੋਂ, ਭੇਜਦੇ ਆ ਕਿ ਸਕਾਈ ਕਿੰਨਾ ਕਲੀਅਰ ਆ, ਰਾਈਟ। ਸੋ ਇਹ ਪੋਜ਼ਿਟਿਵ ਚੀਜ਼ਾਂ ਵੀ ਆਈਆਂ ਨੇ COVID-19 ਤੋਂ। ਲੈਟਸ ਹੋਪ ਕਿ ਹੋਰ ਵੀ ਪੋਜ਼ਿਟਿਵ ਚੀਜ਼ਾਂ ਆਉਣਗੀਆਂ ਕਿ COVID-19 ਦਾ ਕਹਿਰ ਜਿਹੜਾ ਜਲਦੀ ਖਤਮ ਹੋਵੇ ਔਰ ਦੁਬਾਰਾ ਅਸੀਂ ਸਾਰੇ ਇੱਕ ਜੈਨੂਇਨ ਲਾਈਫ ਜੀ ਸਕੀਏ ਦੁਬਾਰਾ, ਔਰ ਇਸ ਟਾਈਮ ਤੋਂ ਅਸੀਂ ਕੁਛ ਨਾ ਕੁਛ ਸਿੱਖ ਸਕੀਏ, ਆਪਣੀ ਲਾਈਫ ਨੂੰ ਬਿਹਤਰ ਕਰ ਸਕੀਏ, ਆਪਣੇ ਲਈ ਤੇ ਦੂਜਿਆਂ ਲਈ, ਰਾਈਟ। ਸੋ ਜੇ ਅਸੀਂ ਹੁਣ ਨਾ ਸਿੱਖੇ ਤਾਂ ਫਿਰ ਅਸੀਂ ਕਦੇ ਵੀ ਨਹੀਂ ਸਿੱਖ ਸਕਦੇ। ਸੋ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕੀ ਜਿਹੜੇ ਆ ਹਮੇਸ਼ਾ ਕਹਿੰਦੇ ਸੀ ਬਹੁਤ ਬਿਜ਼ੀ ਆ, ਕੰਮ ਨਹੀਂ, ਟਾਈਮ ਨਹੀਂ ਮਿਲ ਰਿਹਾ, ਤੇ ਕਈ ਲੋਕੀ ਉਦੋਂ ਵੀ ਕਹਿੰਦੇ ਸੀ ਕਿ ਮੈਂ ਬੋਰ ਹੋ ਰਿਹਾ ਜਦੋਂ ਲਾਈਫ ਰੈਗੂਲਰ ਚੱਲਦੀ ਸੀ, ਔਰ ਕੁਝ ਲੋਕੀ ਜਿਹੜੇ ਹਜੇ ਵੀ ਕਹਿ ਰਹੇ ਮੈਂ ਬੋਰ ਹੋ ਰਿਹਾ। ਜਦੋਂ ਉਹ ਰੈਗੂਲਰ ਲਾਈਫ 'ਚ ਸੀ ਉਦੋਂ ਵੀ ਉਹ ਬੋਰ ਹੋ ਰਹੇ ਸੀ, ਅੱਜ ਜੇ ਉਹ ਫ੍ਰੀ ਹੈ ਤੇ ਤਾਂ ਵੀ ਉਹ ਬੋਰ ਹੋ ਰਹੇ ਆ। ਸੋ ਮੈਨੂੰ ਲੱਗਦਾ ਕਿ ਜਿਹੜੇ ਇੱਦਾਂ ਦੇ ਇਨਸਾਨ ਹੁੰਦੇ ਆ ਉਹਨਾਂ ਨੂੰ ਰੀਜ਼ਨ ਚਾਹੀਦਾ ਹੁੰਦਾ, ਬਹਾਨਾ ਚਾਹੀਦਾ ਹੁੰਦਾ, ਰਾਈਟ, ਕੰਮ ਤੋਂ ਬਚਣ ਦਾ ਜਾਂ ਆਪਣੀ ਜ਼ਿੰਦਗੀ ਦੀ ਕੁਝ ਰਿਸਪੌਂਸਿਬਿਲਿਟੀਜ਼ ਤੋਂ ਬਚਣ ਦਾ। ਸੋ ਤੁਹਾਡੇ ਤੇ ਚਲੋ ਮੈਂ ਗੱਲ ਕਰਦੀ ਕਿ ਤੁਸੀਂ ਕਿੱਦਾਂ ਆਪਣੇ ਫ੍ਰੀ ਟਾਈਮ ਨੂੰ ਬਿਜ਼ੀ ਕਰਦੇ ਹੋ? ਮੈਨੂੰ ਐਕਚੁਅਲੀ ਮੇਰਾ ਜਿਹੜਾ ਕੰਮ ਹੈ, ਮੇਰਾ ਆਪਣਾ ਬਿਜ਼ਨਸ ਹੈ, ਉਹ ਹੀ ਹੈ ਹੀ ਇਸ ਟਾਈਪ ਦਾ ਕਿ ਮੈਂ ਘਰ ਤੋਂ ਹੀ ਕਰਦੀ ਹਾਂ। ਸੋ ਦੈਟ ਇਜ਼ 24 ਆਵਰ ਜੌਬ ਆ। ਸੋ ਮੈਂ ਟਰੱਕਿੰਗ ਡਿਸਪੈਚ ਸਰਵਿਸ ਪ੍ਰੋਵਾਈਡਰ ਹਾਂ ਤੇ ਵਿਚ ਇਜ਼ 24 ਆਵਰ ਜੌਬ, ਯੂ ਨੋ ਐਜ਼ ਵੈਲ। ਤੇ ਇਸ ਕਰਕੇ ਮੈਂ ਮੇਰੇ ਰੂਟੀਨ 'ਚ ਕੋਈ ਜ਼ਿਆਦਾ ਪਰਸਨਲੀ ਇੰਨਾ ਫਰਕ ਨਹੀਂ ਆਇਆ। ਮੈਂ ਪਹਿਲਾਂ ਵੀ ਘਰੋਂ ਹੀ ਆਪਰੇਟ ਕਰਦੀ ਸੀ, ਹੁਣ ਵੀ ਘਰੋਂ ਹੀ ਕਰਦੀ ਹਾਂ। ਪਰ ਹਾਂ ਥੋੜ੍ਹਾ ਜਿਹਾ ਇਹ ਹੈਗਾ ਕਿ ਕਿਉਂਕਿ ਕੰਮ ਸਲੋ ਹੋ ਗਿਆ, ਸੋ ਮੇਰੇ ਕੋਲ ਫ੍ਰੀ ਟਾਈਮ ਬਹੁਤ ਆ ਹੁਣ, ਹੈ ਨਾ। ਤੇ ਉਹਦੇ ਲਈ ਫ੍ਰੀ ਟਾਈਮ ਨੂੰ ਤੁਸੀਂ ਕਿੱਦਾਂ ਯੂਟਿਲਾਈਜ਼ ਕਰਦੇ ਹੋ? ਵਿਦ ਫੈਮਿਲੀ, ਕੁਕਿੰਗ ਕਰ ਲਈ, ਰਾਈਟ। ਹੋਰ ਆਪਣੇ ਜਿਹੜੀਆਂ ਹੌਬੀਜ਼ ਨੇ, ਨੀਟਿੰਗ ਸਟਿਚਿੰਗ ਦਾ ਵੀ ਮੈਨੂੰ ਹੈਗਾ, ਰਾਈਟ, ਉਹਦੇ ਵਿੱਚ ਵੀ ਮੈਂ ਥੋੜ੍ਹਾ ਟਾਈਮ ਸਪੈਂਡ ਕਰਦੀ ਹਾਂ। ਕੁਛ ਮੈਨੂੰ ਸਿੰਗਿੰਗ ਦਾ ਵੀ ਹੈਗਾ ਆ, ਐਂਡ ਬਾਕੀ ਬੱਚੇ ਨਾਲ ਕਾਰਡਸ ਖੇਡ ਲਏ, ਹੋਰ ਜਸਟ ਲਾਈਕ ਸਿੰਗਿੰਗ ਕਿੱਦਾਂ ਦੇ ਗੀਤ ਪਸੰਦ ਕਰਦੇ ਹੋ? ਹਰ ਤਰ੍ਹਾਂ ਦੇ ਗੀਤ ਪਸੰਦ। ਚਲੋ ਫਿਰ ਥੋੜਾ ਜਿਹਾ ਸੁਣਾ ਦਿਓ ਨੈਕਸਟ ਟਾਈਮ। ਬਟ ਯਾ ਮੈਨੂੰ ਹਰ ਤਰ੍ਹਾਂ ਦੀ ਸਿੰਗਿੰਗ ਪਸੰਦ ਆ। ਬਹੁਤ ਵਧੀਆ। ਦੇਖੋ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੇ ਕਰ ਲੈਣਾ, ਕੰਮ ਲੱਭ ਹੀ ਲੈਣਾ, ਰਾਈਟ। ਮੈਨੂੰ ਜਦੋਂ ਵੀ ਕੋਈ ਇਨਸਾਨ ਕਹਿੰਦਾ ਨਾ ਮੈਂ ਬੋਰ ਹੋ ਰਿਹਾ, ਤੇ ਜਿਵੇਂ ਮੇਰੇ ਘਰ 'ਚ ਹਸਬੈਂਡ ਇੱਕ ਦਿਨ ਕਹਿ ਰਹੇ ਸੀ ਕਿ ਮੈਂ ਬੋਰ ਹੋ ਰਿਹਾ, ਸਮਝ ਨਹੀਂ ਆ ਰਿਹਾ ਕਿੱਦਾਂ ਕੀ ਕਰੀਏ ਨਾ। ਮੈਂ ਕਿਹਾ ਬੋਰ ਕਿਉਂ ਹੋ ਰਹੇ ਹੋ? ਜਿਹੜਾ ਕੰਮ ਕਰਦਾ ਇਨਸਾਨ, ਹੁਣ ਜਿਵੇਂ ਮਾਵਾਂ ਹੈ, ਲੇਡੀਜ਼ ਹੈ, ਉਹਨਾਂ ਦੇ ਲਈ ਕੋਈ ਲੋਕਡਾਊਨ ਦਾ ਕੋਈ ਅਸਰ ਨਹੀਂ ਹੋਇਆ, COVID-19 ਦਾ ਕੋਈ ਅਸਰ ਨਹੀਂ ਹੋਇਆ, ਰਾਈਟ। ਉਹਨਾਂ ਦੀ ਡੇਲੀ ਰੂਟੀਨ ਚੱਲ ਰਹੀ ਹੈ, ਖਾਣਾ ਬਣਾਉਣਾ, ਲਾਂਡਰੀ ਕਰਨਾ, ਕਲੀਨਿੰਗ ਕਰਨਾ, ਬਰਤਨ ਸਾਫ਼ ਕਰਨੇ, ਕਲੋਜ਼ਟਸ ਆਰਗੇਨਾਈਜ਼ ਕਰਨੀਆਂ, ਨਾ ਪੈਟਸ ਨੂੰ ਵੀ ਦੇਖਣਾ, ਸਾਰਾ ਕੁਝ ਰੂਟੀਨ ਮਾਵਾਂ ਦੀ ਚੱਲ ਰਹੀ ਹੈ। ਮਾਵਾਂ ਲਈ ਕੋਈ ਲੋਕਡਾਊਨ ਨਹੀਂ ਹੈ ਨਾ। ਸੋ ਬੰਦੇ ਜੀ ਕਹਿੰਦੇ ਕਿ ਲੋਕਡਾਊਨ ਆ, ਤਾਂ ਮੈਂ ਕਿਹਾ ਤੁਸੀਂ ਇੱਦਾਂ ਕਰੋ, ਘਰ ਦੇ ਪੱਖੇ ਸਾਫ਼ ਕਰ ਲਓ, ਹੈ ਨਾ, ਵੈਕਿਊਮ 'ਚ ਹੈਲਪ ਕਰ ਦੋ, ਮੇਰੀ ਗਿਰਾਜ ਸਾਫ਼ ਕਰ ਲਓ, ਘਾਹ ਕੱਟ ਲਓ, ਹੈ ਨਾ, ਬੂਟੇ ਲਾ ਲਓ। ਕਿੰਨੇ ਕੰਮ ਹੈ ਬੰਦਿਆਂ ਲਈ ਜੇ ਬੰਦੇ ਕਰਨਾ ਚਾਹਣ। ਜੇ ਇਨਸਾਨ ਚਾਹੇ ਨਾ ਤੇ ਘਰ ਦੇ ਵਿੱਚੋਂ ਇੰਨਾ ਕੰਮ ਨਿਕਲਦਾ ਹੈ ਕਿ ਤੁਸੀਂ ਪੂਰਾ ਦਿਨ ਫ੍ਰੀ ਨਹੀਂ ਹੋ ਸਕਦੇ if you want to do, right। ਕਿ ਕੋਈ ਵੀ ਕ੍ਰੀਏਟਿਵ ਆਪਣੀ ਹੌਬੀ ਜਿਹੜੀ ਪੇਂਟਿੰਗ ਦੀ ਆਦਤ ਹੈ, ਪੇਂਟਿੰਗ ਕਰਨੀ ਸ਼ੁਰੂ ਕਰ ਦਿਓ, ਕੁਛ ਹੈਂਡੀਕ੍ਰਾਫਟ ਬਣਾਉਣ ਦੀ ਆਦਤ ਉਹ ਬਣਾਓ, ਹੈ ਨਾ। ਜਾਂ ਬੱਚਿਆਂ ਨਾਲ ਬੈਠੋ, ਉਹਨਾਂ ਦੇ ਨਾਲ ਗੱਲਬਾਤ ਕਰੋ, ਉਹਨਾਂ ਦੇ ਨਾਲ ਫਿਊਚਰ ਪਲਾਨਸ ਉਹਨਾਂ ਦੇ ਕੀ ਹਨ, ਕੀ ਉਹ ਸੋਚਦੇ ਹਨ, ਹੈ ਨਾ। ਉਹਨਾਂ ਦੇ ਨਾਲ ਜਦੋਂ ਤੁਸੀਂ ਬੈਠੋਗੇ, ਗੱਲਬਾਤ ਕਰੋਗੇ, ਤਾਂ ਕਿਤੇ ਨਾ ਕਿਤੇ ਜਿਹੜਾ ਬੱਚਿਆਂ ਦੇ ਉੱਪਰ ਇਸ ਵੇਲੇ ਸਟ੍ਰੈਸ ਹੈਗਾ,
ਸਟੱਡੀ ਨੂੰ ਲੈ ਕੇ ਕਿ ਆਨਲਾਈਨ ਸਟੱਡੀ ਬੱਚੇ ਕਰ ਜ਼ਰੂਰ ਰਹੇ ਹਨ ਲੇਕਿਨ ਫਿਰ ਵੀ ਜੋ ਕਲਾਸ ਦੇ ਵਿੱਚ ਸਕੂਲ 'ਚ ਜਾ ਕੇ ਸਟੱਡੀ ਹੁੰਦੀ ਹੈ ਆਨਲਾਈਨ 'ਚ ਉਹ ਨਹੀਂ ਹੁੰਦਾ ਐਕਸਪੀਰੀਅੰਸ ਕਲੀਅਰ ਹੋ ਸਕਦਾ ਰਾਈਟ ਸੋ ਜਦੋਂ ਤੁਸੀਂ ਬੱਚਿਆਂ ਨਾਲ ਬਹਿ ਕੇ ਗੱਲਬਾਤ ਕਰਦੇ ਹੋ ਉਹਨਾਂ ਦੀ ਸਟੱਡੀ ਰਿਲੇਟਡ ਉਹਨਾਂ ਦੇ ਲਾਈਫ ਰਿਲੇਟਡ ਤੇ ਕਿਤੇ ਨਾ ਕਿਤੇ ਸਟ੍ਰੈਸ ਰਿਲੀਜ਼ ਹੁੰਦਾ ਤੁਹਾਡਾ ਵੀ ਤੇ ਬੱਚਿਆਂ ਦਾ ਵੀ ਸੋ ਆਈ ਥਿੰਕ ਇੱਕ ਬਹੁਤ ਵਧੀਆ ਮੌਕਾ ਹੈ ਸਾਰਿਆਂ ਨੂੰ ਟਾਈਮ ਦੇਣ ਦਾ ਰਾਈਟ ਇਟਸ ਵੈਰੀ ਗੁੱਡ ਟਾਈਮ ਜ਼ਰੂਰੀ ਨਹੀਂ ਹੈ ਕਿ ਕਿਸੇ ਟੌਪਿਕ ਤੇ ਗੱਲ ਹੋਵੇ ਫੈਮਿਲੀ 'ਚ ਬੈਠ ਕੇ ਤਾਂ ਲਾਈਕ ਆਮ और आई थिंक रवि मैंने लगता है कि जरूरी नहीं कि कुकिंग लेडीज ही करन हाँ आदमी भी कर सकता है एंड ਤੁਸੀਂ आई थिंक लेडीज भी ब्रेक ਚਾਹੁੰਦੀਆਂ ਰਾਈਟ ਤੁਸੀਂ ਇਹ ਚੱਕ ਕੇ ਦੇਖ ਸਕਦੇ ਕਿ ਮੋਸਟਲੀ ਜਿਹੜੇ ਰੈਸਟੋਰੈਂਟਸ ਨੇ ਜਾਂ ਹੋਰ ਨੇ ਉੱਥੇ ਜ਼ਿਆਦਾ ਜੈਂਟਸ ਹੀ ਨੇ ਸ਼ੈਫ ਰਾਈਟ ਕੁਕ ਸੋ I think ਉਹਨਾਂ ਚ ਵੀ ਕੁਆਲਿਟੀਜ਼ ਹੈਗੀਆਂ ਨੇ they can also yeah so at least ਸਾਨੂੰ ਲੇਡੀਜ਼ ਨੂੰ ਵੀ ਕੁਝ ਬ੍ਰੇਕ ਮਿਲੇਗੀ ਚੇਂਜ ਮਿਲੇਗਾ ਖਾਣ ਦੇ ਵਿੱਚ ਰਾਈਟ ਕਿਉਂਕਿ ਰੋਜ਼ ਦੀਆਂ ਅਸੀਂ ਆਪਣੀਆਂ ਰੈਸਿਪੀਜ਼ ਟਰਾਈ ਕਰਕੇ ਦੁਖੀ ਹੋ ਜਾਂਦੇ ਆ ਪਰ ਉਹ ਨਹੀਂ ਬੋਰ ਹੁੰਦੇ ਉਹ ਕਹਿੰਗੇ ਅੱਜ ਆ ਕੀਤਾ ਅੱਜ ਆ ਬਣਾ ਲਓ ਓਕੇ ਫਿਰ ਆ ਤਾਂ ਹੋ ਗਿਆ ਹੁਣ ਆ ਕਰ ਲਓ ਇਹ ਗੱਲ ਹੈ ਸੋ COVID-19 ਦੀ ਜੇ ਗੱਲ ਕੀਤੀ ਜਾਵੇ ਰੱਬ ਕਰੇ ਇਹ ਹਾਲਾਤਾਂ ਤੋਂ ਜਲਦੀ ਬਾਹਰ ਨਿਕਲੀਏ ਰਵੀ ਤੁਹਾਡੇ ਕੀ ਪਲਾਨ ਹਨ ਤੁਸੀਂ ਕੀ ਚੇਂਜ ਕਰਾਂਗੇ ਆਪਣੀ ਲਾਈਫ ਦੇ ਵਿੱਚ ਜਾਂ ਕੀ ਸੋਚਦੇ ਹੋ ਕਿੱਦਾਂ ਤੁਸੀਂ ਆਪਣੀ ਲਾਈਫ ਜਿਹੜੀ ਦੁਬਾਰਾ ਸ਼ੁਰੂ ਕਰੋਗੇ ਮੇਨ ਤਾਂ ਹੈਗਾ ਕਿ ਆਪਾਂ ਆਪਣੇ ਜਿਹੜੀ ਕਲੀਨਨੈਸ ਐਂਡ ਸੈਨੀਟਾਈਜੇਸ਼ਨ ਜਿਹੜੀ ਗੱਲ ਤੁਸੀਂ ਪਹਿਲਾਂ ਆਲਰੇਡੀ ਕਹਿ ਚੁੱਕੇ ਹੋ ਆਈ ਥਿੰਕ ਇਹ ਹੈਬਿਟ ਬਣ ਜਾਣੀ ਚਾਹੀਦੀ ਹੈ ਸਾਰਿਆਂ ਦੀ ਰਾਈਟ ਕਿ ਆਪਾਂ ਆਪਣੀ ਲਾਈਫ ਨੂੰ ਵੀ ਆਪਣੀ ਬਾਡੀ ਨੂੰ ਹਰ ਇੱਕ ਚੀਜ਼ ਨੂੰ ਆਪਣੇ ਆਲੇ ਦੁਆਲੇ ਨੂੰ ਇੰਨਾ ਜ਼ਿਆਦਾ ਸੈਨੀਟਾਈਜ਼ ਕਰਕੇ ਰੱਖੀਏ ਕਿ ਇਹਦੇ ਵਿੱਚ ਕਿਉਂਕਿ ਇਹ ਵਾਇਰਸ ਇੰਨੀ ਜਲਦੀ ਜਾਣ ਵਾਲਾ ਨਹੀਂ ਤਾਂ ਜਿਹੜੀਆਂ ਵੀ ਹਾਲ ਤੱਕ ਮੈਂ ਨਿਊਜ਼ ਸੁਣੀਆਂ ਨੇ ਜਾਂ ਮੈਂ ਰਿਵਿਊ ਪੜ੍ਹੇ ਹੈ ਸਾਇੰਟਿਸਟ ਦੇ ਰਿਸਰਚਰਸ ਦੇ ਤਾਂ ਉਹ ਇਹ ਕਹਿੰਦੇ ਆ ਕਿ ਹਾਲੇ ਇਹ 2-3 ਸਾਲ ਇੰਨੀ ਜਾਣ ਵਾਲਾ ਹੈ ਨਹੀਂ ਅੰਟਿਲ ਅਨਲੈਸ ਸਾਡੀ ਜਿਹੜੀ ਇਮਿਊਨਿਟੀ ਹੈ ਉਹ ਇਸ ਚੀਜ਼ ਲਈ फाइट करन दे काबिल नहीं हो जाए या वैक्सीनेशन ना बन जाए सो आई थिंक मैं उन्नी एक्सपर्ट नहीं है इस टॉपिक पे गल कर ली बट हाँ जी तुसी चेंजेस की गल की है वो तो यही है कि प्रिकॉशनस मस्ट ने एंड आल्सो हर एक दा कंट्रीब्यूशन जिहड़ा हैगा आ एनवायरनमेंट लई होना चाहिए आ एंड वो अपने अपने जिथे वो हैगे ने उत्थे बैठ के सोच सकते हैं कि इस एनवायरनमेंट नूं होर ज़्यादा बेहतर बनाने ਲਈ what they can do so ਇਹ ਉਹਨਾਂ ਨੂੰ ਬੈਟਰ ਪਤਾ ਹੋਊਗਾ ਉਸ ਸਿਚੁਏਸ਼ਨ ਦੇ ਵਿੱਚ ਜਿੱਥੇ ਹੈਗੇ ਆ ਕਿ ਉਹਨੂੰ ਕਿੱਦਾਂ ਕਰ ਸਕਦੇ ਨੇ ਬਟ I really recommend to everybody they must do something just to protect the environment ਕਿਉਂਕਿ ਜੇ ਸਾਨੂੰ ਸਾਫ਼ ਹਵਾ ਮਿਲੀ ਹੈ ਐਨੀ ਖੂਬਸੂਰਤ एनवायरनमेंट ਮਿਲਿਆ ਰਹਿਣ ਨੂੰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਥੈਂਕਸ ਕਰੀਏ ਉਸ एनवायरनमेंट ਦਾ ਔਰ ਜਿੱਥੇ ਤੱਕ ਖਿਆਲ ਹੈ ਕਿ ਰੂਲਸ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਨਾ ਉਹ ਜ਼ਰੂਰੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਖਤਮ ਹੋਣ ਤੋਂ ਬਾਅਦ ਵੀ ਸਾਨੂੰ ਫੋਲੋ ਕਰਨਾ ਚਾਹੀਦਾ ਔਰ ਕਰਨਾ ਪਏਗਾ ਕਿਉਂਕਿ ਖਤਮ ਹੋਣ ਤੋਂ ਬਾਅਦ ਅਸੀਂ ਇੰਨੇ ਨਿਸ਼ਚਿੰਤ ਨਾ ਹੋ ਜਾਈਏ गहरी नींद से ना सो जाइए कि भाई ਹੁਣ ਤਾਂ ਕੋਈ ਡਰ ਨਹੀਂ ਹੁਣ ਤਾਂ ਕੋਈ ਡਰ ਨਹੀਂ ਲੇਕਿਨ ਡਰ ਰਹੇਗਾ ਔਰ ਡਰ ਰੱਖਣਾ ਵੀ ਜ਼ਰੂਰੀ ਹੈ ਕਿਉਂਕਿ ਜੇ ਡਰ ਨਹੀਂ ਹੋਏਗਾ ਤਾਂ ਅਸੀਂ ਮੈਂ ਕਹਿੰਦੇ ਨਾ ਕਿ ਇਨਸਾਨ ਨੂੰ ਜੇ ਉਂਗਲੀ ਫੜਾ ਦੋ ਤਾਂ ਹੱਥ ਫੜ ਲੈਂਦਾ ਇਨਸਾਨ ਸੋਚਦਾ ਕਿ ਚਲੋ ਜੀ ਹੁਣ ਤਾਂ ਜੋ ਦਿਲ ਆਏ ਕਰੀਏ ਲੇਕਿਨ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਆਪ ਵੀ ਪ੍ਰੋਬਲਮ 'ਚ ਪੈ ਸਕਦੇ ਹੋ ਦੂਸਰੇ ਵੀ ਪ੍ਰੋਬਲਮ ਸੈਲਫ ਕੰਟਰੋਲ ਤਾਂ ਰਹਿਣਾ ਚਾਹੀਦਾ सेल्फ कंट्रोल विल पावर और बाकी जड़े भी रूल्स एंड रेगुलेशंस है डिस्टेंस मेंटेन करके रखो मास्क ग्लव्स लगा के रखो बाहर किते जांदे हो किते भी तुसी स्प्लिट ना करो कि थुको ना तुसी है ना लाइक असि साडी आदत हुंदी कि वजह से अनजाने चीज ही कर लेने आ पानी पीने ਤਾਂ ਅਸੀਂ यू नो बॉटल भी इवन मैं एक हो गल मेरे माइंड ਚ ਆਈ ਕਿ ਕੱਲ ਮੈਂ ਦੇਖਿਆ ਜਿਵੇਂ ਪਲਾਜ਼ੇ ਦੇ ਅੰਦਰ ਪਾਰਕਿੰਗ ਦੇ ਅੰਦਰ ਕੁਝ ਲੋਕਾਂ ਨੇ ਮਾਸਕ ਜਿਹੜੇ ਉੱਥੇ ਸੁੱਟੇ ਹੋਏ ਸੀ ਲਾ ਕੇ ਗਲਵਸ ਸੁੱਟੇ ਹੋਏ ਸੀ ਕੁਝ ਲੋਕਾਂ ਨੇ ਜਿਹੜੀ ਟਰਾਲੀ ਹੈ ਮਾਲ ਦੇ ਵਿੱਚ ਜਿਹੜੀ ਟਰਾਲੀ ਹੁੰਦੀ ਹੈ ਜਾਂ ਆਪਣੇ ਮਾਲ ਜਾਂਦੇ ਆ ਟਰਾਲੀਜ਼ ਹੁੰਦੀਆਂ ਟਰਾਲੀਜ਼ ਦੇ ਵਿੱਚ ਤੁਸੀਂ ਜਦੋਂ ਜਾਂਦੇ ਹੋ ਗਲਵਸ ਲਾ ਕੇ ਉਹਦੇ ਵਿੱਚ ਹੀ ਸੁੱਟ ਜਾਂਦੇ ਹੋ it's too disgusting क्योंकि you never know कि वो gloves केड़े purpose ना सुट्टे गए हैं या वो इंसान जड़ा affected सी तां ने सुट्टे है right या जड़ी ट्रॉली च तुसी अपना जड़ा मास्क तुसी रस्ते च ला के सुट गए हो you never know कितना affected हैगा ना या हो जाएगा किसी इंसान दे उस नाल लगन नाल सो इस करके प्लीज इदां दी गलतियां ना करो मास्क ग्लव्स जड़े है घरों गार्बेज बैग ले आओ नाल पॉलीथिन ले आओ ਉਹਦੇ ਚ ਪਾ ਕੇ ਉਸੇ ਵੇਲੇ ਬੰਦ ਕਰ ਦੋ गार्बेज बिन च सुट्टो जे नहीं हैगा ਉਹਨੂੰ ਬੰਨ ਕੇ ਰੱਖ ਲਓ ਨਾਲ ਘਰ ਜਾ ਕੇ ਆਪਣੇ गार्बेज बिन ਪਾ ਲਓ ਤੁਹਾਨੂੰ ਗਾਰਬੇਜ ਬਿਨ ਨਹੀਂ ਲੱਭਦਾ ਕਿਤੇ ਪਬਲਿਕਲੀ ਤੁਸੀਂ ਪਲੀਜ਼ ਉਹਨੂੰ ਇਦਾਂ ਸਪਰੈਡ ਆਊਟ ਨਾ ਕਰੋ ਇਦਾਂ ਇੱਧਰ ਉੱਧਰ ਨਾ ਸੁੱਟੋ ਉਹਦੇ ਨਾਲ ਕੋਈ ਵੀ ਇਨਸਾਨ ਜਿਹੜਾ ਹੈ ਉਹ ਇਨਫੈਕਟਡ ਹੋ ਸਕਦਾ ਹੈ
right. और क्योंकि ਉੱਥੇ ਬਹੁਤ ਸਾਰੇ EMPLOYEES ਹਨ ਕੰਮ ਕਰਨ ਵਾਲੇ ਵਾਲਮਾਰਟ ਦੇ ਜਿਹੜੇ ਬਾਅਦ ਚ ਟਰਾਲੀਜ਼ ਇਕੱਠੀਆਂ ਕਰਦੇ ਆ ਸੋ ਉਹ ਵਿਚਾਰੇ ਜਿਹੜੇ ਉਹ ਇਫੈਕਟਡ ਹੋ ਸਕਦੇ ਆ ਜੇ ਬਾਈ ਚਾਂਸ ਉਹ ਇਫੈਕਟਡ ਗਲਵ ਜਾਂ ਮਾਸਕ ਉੱਤੇ ਵੀ ਡਿੱਗਿਆ ਹੋਇਆ ਸੋ ਇਸ ਕਰਕੇ ਸਾਨੂੰ ਆਪਣਾ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਹੈ ਔਰ ਰੂਲਸ ਐਂਡ ਰੈਗੂਲੇਸ਼ਨ ਨੂੰ ਫੋਲੋ ਕਰੀਏ ਆਪਣੀ ਵਿਲ ਪਾਵਰ ਨੂੰ ਵਧਾਈਏ ਆਪਣੀ ਇਮਿਊਨਿਟੀ ਨੂੰ ਵਧਾਈਏ ਵਿਟਾਮਿਨ ਸੀ ਲਈਏ ਲੈਮਨ ਜਿਹੜਾ ਜਿੰਨਾ ਹੋ ਸਕੇ ਅਸੀਂ ਪਾਣੀ 'ਚ ਪਾ ਕੇ ਪੀਏ ਵਿਟਾਮਿਨ ਸੀ ਦੀਆਂ ਟੈਬਲੇਟਸ ਲਈਏ ਆਪਾਂ ਔਰ ਵਿਟਾਮਿਨ ਸੀ ਨਹੀਂ ਵੀ ਟੈਬਲੇਟਸ ਮਿਲ ਰਹੀਆਂ ਅਸੀਂ ਲੈਮਨ ਨਿੰਬੂ ਲੈ ਸਕਦੇ ਹਾਂ ਔਰੇਂਜ ਖਾ ਸਕਦੇ ਹਾਂ ਆਪਾਂ ਸੋ ਇੱਦਾਂ ਦੀਆਂ ਚੀਜ਼ਾਂ ਅਸੀਂ ਜ਼ਿਆਦਾ ਆਪਣੀ ਅਗਰ ਡਾਈਟ ਦੇ ਵਿੱਚ ਲਈਏ ਤਾਂ ਬਹੁਤ ਵਧੀਆ ਹੋਏਗਾ ਸਾਡੇ ਲਈ ਗਰਮ ਪਾਣੀ ਪੀਏ ਔਰ ਟਾਈਨਲ ਜਿਸਾ ਨੂੰ ਲੱਗਦਾ ਥੋੜਾ ਬੁਖਾਰ ਹੋ ਰਿਹਾ ਟਾਈਨਲ ਲਓ 4 ਦਿਨ ਆਪਣੇ ਆਪ ਨੂੰ ਦੇਖੋ ਨਹੀਂ ਲੱਗਦਾ ਤੁਸੀਂ ਆਪਣਾ ਟੈਸਟ ਜ਼ਰੂਰ ਕਰਾਓ ਮੈਂ ਦੇਖਿਆ ਕੁਝ ਸੁਣਿਆ ਸੀ ਜਿਵੇਂ ਤੁਸੀਂ ਵੀ ਸੁਣਿਆ ਹੋਵੇਗਾ ਨਿਊਜ਼ ਦੇ ਵਿੱਚ ਕਿ ਕਾਫੀ ਲੋਕੀ ਇਫੈਕਟਡ ਸੀ ਜਿਹੜੇ ਜਰਨੀ ਕਰਕੇ ਆਏ ਸੀ ਔਰ ਉਹ ਲੁਕ ਗਏ ਉਹ ਗਏ ਨਹੀਂ ਟੈਸਟ ਕਰਵਾਉਣ ਨਹੀਂ ਗਏ ਰਾਈਟ ਸੋ ਉਹ ਇਸ ਗੱਲ ਦੇ ਕਾਰਨ ਹਾਈਡ ਹੋ ਗਏ ਕਿ ਉਹਨਾਂ ਨੂੰ ਵੱਖਰੇ ਰਹਿਣਾ ਪਏਗਾ ਆਈਸੋਲੇਸ਼ਨ 'ਚ ਰਹਿਣਾ ਪਏਗਾ ਜਾਂ ਉਹਨਾਂ ਨੂੰ ਟੈਸਟ ਕਰਵਾਉਣ ਜਾਣਾ ਪਏਗਾ ਇਸ ਲਈ ਉਹਨਾਂ ਨੇ ਕਿਤੇ ਨਾ ਕਿਤੇ ਲਾਪਰਵਾਹੀ ਕੀਤੀ ਜਿਹੜੀ ਕਿ ਬਾਕੀਆਂ ਲਈ ਮੁਸੀਬਤ ਬਣੀ ਰਾਈਟ ਸੋ ਇਸ ਕਰਕੇ ਇੱਦਾਂ ਦੀਆਂ ਬਿਲਕੁਲ ਗਲਤੀਆਂ ਨਾ ਕਰੋ ਜੇ ਕੋਈ ਵੀ ਬੰਦਾ ਇਫੈਕਟਡ ਹੈ ਤੁਹਾਡੀ ਫੈਮਿਲੀ 'ਚ ਤੁਹਾਡੇ ਰਿਲੇਟਿਵਸ ਤੁਹਾਡੇ ਫਰੈਂਡ ਸਰਕਲਸ ਆਸ-ਪਾਸ 'ਚ ਤੇ ਉਹਨਾਂ ਨੂੰ ਜ਼ਰੂਰ ਤੁਸੀਂ ਪੋਜ਼ਿਟਿਵਲੀ ਉਹਨਾਂ ਨੂੰ ਇੰਸਪਾਇਰ ਕਰੋ ਕਿ ਉਹ ਆਪਣਾ ਪ੍ਰੋਪਰ ਜਾ ਕੇ ਟ੍ਰੀਟਮੈਂਟ ਕਰਵਾਉਣ ਆਪਣਾ ਟੈਸਟ ਕਰਵਾਉਣ ਔਰ ਤੁਸੀਂ ਆਪਣਾ ਜ਼ਰੂਰ ਧਿਆਨ ਰੱਖੋ ਸੋ ਰਵੀ ਜੀ ਜਾਣ ਦਾ ਹੋ ਗਿਆ ਵਕਤ ਤੇ ਕੀ ਕਹਿਣਾ ਚਾਹੋਗੇ ਜਾਣ ਤੋਂ ਪਹਿਲਾਂ ਮੈਂ ਆਪਣੇ ਵਿਊਅਰਸ ਨੂੰ ਇਹੀ ਕਹੂੰਗੀ ਕਿ ਘਬਰਾਉਣ ਦੀ ਲੋੜ ਨਹੀਂ ਹੈ ਜੇ ਉਹ ਟਾਈਮ ਨਹੀਂ ਰਿਹਾ ਤੇ ਇਹ ਵੀ ਨਹੀਂ ਰਹਿਣਾ so this will pass too right so be positive be energetic and hope to see you back again thank you ਰਵੀ ਅੱਜ ਮੇਰਾ ਸਾਥ ਦੇਣ ਲਈ ਬਹੁਤ ਵਧੀਆ ਲੱਗਿਆ ਦੁਬਾਰਾ ਫਿਰ ਅਸੀਂ ਹਾਜ਼ਰ ਹੋਵਾਂਗੇ ਇੱਕ ਨਵੇਂ ਟੌਪਿਕ ਦੇ ਨਾਲ ਸੋ ਮੈਂ ਵੀ ਲੈਂਦੀ ਹਾਂ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ ਉਮੀਦ ਕਰਦੀ ਹਾਂ ਕਿ ਅੱਜ ਦੀ ਪੇਸ਼ਕਸ਼ ਤੁਹਾਨੂੰ ਪਸੰਦ ਆਈ ਔਰ ਆਪਣੀ ਫੀਡਬੈਕ ਜ਼ਰੂਰ ਦੇਣਾ ਔਰ ਜੇ ਕੋਈ ਵੀ ਮਹਿਮਾਨ ਇੱਥੇ ਸਾਡੇ ਨਾਲ ਸ਼ਾਮਿਲ ਹੋਣਾ ਚਾਹੁੰਦਾ ਹੈ ਔਨ ਯੂਅਰ ਬਾਈ ਕਾਲ ਤੁਸੀਂ ਸਾਨੂੰ ਦੱਸ ਸਕਦੇ ਹੋ ਮੈਸੇਜ ਕਰ ਸਕਦੇ ਹੋ ਔਰ ਮੈਨੂੰ ਫੋਲੋ ਕਰ ਸਕਦੇ ਹੋ ਫੇਸਬੁੱਕ 'ਤੇ ਵੀ ਸਾਡਾ ਪੇਜ ਵੀ ਹੈਗਾ ਸਾਂਝਾ ਪੰਜਾਬ TV ਦਾ ਮੇਰਾ ਆਪਣਾ ਪ੍ਰੋਫਾਈਲ ਹੈਗਾ ਉੱਥੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਤੁਸੀਂ ਕਰਨੀ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਰਾ ਨੰਬਰ ਹੈ 6478987769 ਔਰ ਵਾਪਸ ਫਿਰ ਅਸੀਂ ਪਰਤਾਂਗੇ ਇੱਕ ਨਵੀਂ ਚਰਚਾ ਨਵੀਂ ਗੱਲਬਾਤ ਲੈ ਕੇ ਨਵਾਂ ਟੌਪਿਕ ਲੈ ਕੇ ਲੇਕਿਨ ਫਿਲਹਾਲ ਤੁਸੀਂ ਰੱਖੋ ਆਪਣਾ ਬਹੁਤ ਸਾਰਾ ਧਿਆਨ ਔਰ ਬੀ ਪੋਜ਼ਿਟਿਵ ਬੀ ਐਨਰਜੈਟਿਕ ਔਰ ਆਪਣੀ ਵਿਲ ਪਾਵਰ ਨੂੰ ਕਰੋ ਮਜ਼ਬੂਤ ਸੁਪਨੇ ਲੈਣਾ ਕਦੇ ਨਾ ਛੱਡਣਾ ਸੁਪਨੇ ਲੈਂਦੇ ਰਹਿਣਾ ਕਿਉਂਕਿ ਉਹ ਸੱਚ ਜ਼ਰੂਰ ਹੋਣਗੇ ਇੱਕ ਦਿਨ ਚੰਗਾ ਦੁਬਾਰਾ ਜ਼ਰੂਰ ਆਏਗਾ ਸੋ ਐਸੇ ਪੋਜ਼ਿਟਿਵ ਖਿਆਲ ਦੇ ਨਾਲ ਤੁਹਾਨੂੰ ਛੱਡ ਕੇ ਜਾਂਦੇ ਹਾਂ ਵਾਪਸ ਫਿਰ ਪਰਤਾਂਗੇ ਨਵੀਂ ਗੱਲਬਾਤ ਨਾਲ ਰੱਖੋ ਬਹੁਤ ਸਾਰਾ ਧਿਆਨ ਟੇਕ ਕੇਅਰ ਸਤਿ ਸ਼੍ਰੀ ਅਕਾਲ